ਸਤਿ ਸ਼੍ਰੀ ਅਕਾਲ। ਲੋਕਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰੀਲਾਲ ਗਰਗ ਸਾਹਿਬ ਵੈਲਕਮ। ਸ਼ੁਕਰੀਆ ਜੀ, ਬਹੁਤ ਬਹੁਤ ਜੀ ਦੋਸਤੋ, ਅਸੀਂ ਗਰਗ ਸਾਹਿਬ ਨਾਲ ਇੱਕ ਵਿਸ਼ੇ ਤੇ ਗੱਲਬਾਤ ਕਰਾਂਗੇ, ਖੇਤਰੀ ਸਿਆਸਤ ਦੇ ਉੱਤੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਲੀਡਰਸ਼ਿਪ ਦਾ ਆਪਣਾ ਕ੍ਰਾਈਸਿਸ ਹੈ। ਹੁਣ ਲਗਾਤਾਰ ਅਸੀਂ ਗੱਲ ਕਰਦੇ ਹਾਂ ਕਿ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਹਿੰਦੇ ਕਿ ਉਹ ਪਾਰਟੀ ਕਰੂਗੀ ਜਿਹਦਾ ਦਿੱਲੀ ਦੇ ਵਿੱਚ ਬੈਠੀ ਹੋਈ ਕਿਸੇ ਵੀ ਧਿਰ ਦੇ ਨਾਲ ਨਾਤਾ ਨਹੀਂ ਹੋਊਗਾ। ਸੂਬਿਆਂ ਦੀ ਸਿਆਸਤ ਕਰਨ ਦੇ ਲਈ ਸੂਬੇ ਦੀ ਆਪਣੀ ਪਾਰਟੀ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਹੋਵੇ, ਉਹੀ ਪਾਰਟੀ ਗੱਲ ਕਰ ਸਕਦੀ ਹੈ ਸੂਬਿਆਂ ਦੇ ਹੱਕਾਂ ਦੇ। ਸ਼੍ਰੋਮਣੀ ਅਕਾਲੀ ਦਲ ਦਾ ਲੰਮਾ ਇਤਿਹਾਸ ਹੈ, ਲੰਮਾ ਇੱਕ ਵਿਖੜਾ ਪੈਂਡਾ ਸੰਘਰਸ਼ਮਈ ਰਾਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਿਕਲ ਗਿਆ ਤੇ ਨਿਕਲ ਕੇ ਅੱਜ ਇੱਕ ਸੰਕਟ ਦੇ ਵਿੱਚ ਫਸ ਗਿਆ। ਸੰਕਟ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਨੇ, ਲੋਕਾਂ ਦੇ ਵਿੱਚ ਭਰੋਸੇਯੋਗਤਾ ਗਵਾ ਚੁੱਕੀ ਹੈ ਲੀਡਰਸ਼ਿਪ। ਲੋਕ ਭਰੋਸਾ ਕਰਨ ਨੂੰ ਤਿਆਰ ਨਹੀਂ। ਇਹ ਜ਼ਿਆਦਾਤਰ ਆਹੀ ਹਾਲਾਤ ਪੰਜਾਬ ਦੇ ਵਿੱਚ ਦਿਖਦੇ ਨੇ। ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਹਾਲਾਤ ਹੈ, ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਫਿਰ ਖੇਤਰੀ ਸਿਆਸਤ ਦੇ ਹਾਲਾਤਾਂ ਖਤਮ ਹੋਣਗੇ। ਇਹ ਦੋ ਸਾਡੇ ਕੋਲ ਪਹਿਲੂ ਨੇ, ਦੋਵੇਂ ਪਹਿਲੂ ਨੇ ਦੋਸਤੋ, ਇਹ ਨਾਲ ਨਾਲ ਚੱਲਦੇ ਨੇ ਦੋਨੋਂ ਪਹਿਲੂ। ਇਸ ਦੇ ਡਾਕਟਰ ਸਾਹਿਬ ਦੇ ਅਸੀਂ ਵਿਚਾਰ ਲਵਾਂਗੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਕਿੱਦਾਂ ਆਪਸੀ ਸੰਕਟ ਹੋ ਗਿਆ ਲੀਡਰਸ਼ਿਪ ਦਾ? ਦੂਜੇ ਪਾਸੇ ਕਹਿੰਦੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਰਹੇ ਤਾਂ ਖੇਤਰੀ ਸਿਆਸਤ ਬਾਰੇ ਤਾਂ ਭੁੱਲ ਹੀ ਜਾਓ। ਜੀ ਦੇਖੋ, ਗੱਲ ਇਹ ਹੈ ਭੰਗੂ ਸਾਹਿਬ, ਤੁਸੀਂ ਸਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਖੇਤਰੀ ਸਿਆਸਤ ਕਰਦਾ ਸੀ, ਔਰ ਖੇਤਰੀ ਸਿਆਸਤ ਕਰਦਾ ਹੀ ਨਹੀਂ ਸੀ, ਖੇਤਰੀ ਸਿਆਸਤ ਦਾ ਇੱਕ ਝੰਡਾ ਬਰਦਾਰ ਸੀ। ਉਸ ਝੰਡਾ ਬਰਦਾਰੀ 'ਚ ਵੱਡਾ ਇਹਦਾ ਸਵਾਲ ਇਹ ਸੀਗਾ ਕਿ ਇਹ ਦੇਸ਼ ਦੇ ਨਾਲ ਰਹਿੰਦੇ ਹੋਏ ਵੀ ਆਪਦੇ ਹੱਕਾਂ ਦੀ ਗੱਲ ਕਰਦਾ ਸੀ ਕਿ ਸਾਨੂੰ ਤਾਂ ਆਹ ਅਧਿਕਾਰ ਚਾਹੀਦੇ ਨੇ। ਅਨੰਦਪੁਰ ਸਾਹਿਬ ਦਾ ਮਤਾ ਸੀ ਜਿਹੜਾ, ਉਹ ਹੋਰ ਕੁਛ ਨਹੀਂ ਸੀ, ਉਹ ਉਹੀ ਜੋ 1946 'ਚ ਕੈਬਨਿਟ ਕਮਿਸ਼ਨ ਪਲਾਨ ਤੇ ਹੋਰ ਉਹਨਾਂ ਦੇ ਵਿੱਚੋਂ ਹੀ ਕਿ ਕੀ ਕਰਿਆ ਜਾਊ ਸੂਬਿਆਂ ਦਾ, ਕਿਉਂਕਿ ਇੱਥੇ ਤਾਂ 500 ਤੋਂ ਵੱਧ 563 ਸਟੇਟਾਂ ਸੀਗੀਆਂ। ਉਹ ਸਟੇਟਾਂ ਨੂੰ ਜਦ ਅੰਗਰੇਜ਼ ਗਿਆ ਉਹਨੇ ਤਾਂ ਖੁੱਲ੍ਹ ਦਿੱਤੀ ਸੀ ਵੀ ਜਿਹੜਾ ਜਿਹਦੇ ਨਾਲ ਰਲਣਾ ਚਾਹੇ ਰਲ ਜੇ, ਚਾਹੇ ਪਾਕਿਸਤਾਨ ਨਾਲ ਜੇ ਚਾਹੇ ਇੰਡੀਆ ਨਾਲ ਰਲ ਜੇ। ਆਹ ਜਿਹੜਾ ਜੰਮੂ ਕਸ਼ਮੀਰ ਦਾ ਝਗੜਾ ਉਹ ਉਸੇ ਗੱਲ 'ਚੋਂ ਨਿਕਲਦਾ ਹੋਇਆ, ਜਿਹੜਾ ਹੈਦਰਾਬਾਦ ਦਾ ਹੋਇਆ ਸੀ ਉਹ ਵੀ ਇਸੇ ਗੱਲ 'ਚੋਂ ਨਿਕਲਿਆ ਸੀ। ਸੋ ਇਹ ਜਿਹੜੇ ਸੀ, ਪਰ ਕਿਉਂਕਿ ਹੈਦਰਾਬਾਦ ਸੈਂਟਰ ਸੀ ਇਸ ਕਰਕੇ ਉਹਦੇ ਉੱਤੇ ਉਹਨਾਂ ਜ਼ਿਆਦਾ ਭਾਰਤ ਸੈਂਟੀਮੈਂਟਲ ਸੀਗਾ। ਕਸ਼ਮੀਰ ਬਾਰੇ ਉਹਨੇ ਉਦੋਂ ਬਹੁਤਾ ਬੌਧਰ ਨਹੀਂ ਕਰਿਆ ਅਤੇ ਰਾਜਾ ਹਰੀ ਸਿੰਘ ਨੇ ਆਪਦਾ ਇੰਡੀਪੈਂਡੈਂਸ ਡਿਕਲੇਅਰ ਕਰ ਰੱਖੀ ਸੀ। ਫਿਰ ਉਹਨੇ ਭਾਰਤ ਸਰਕਾਰ ਨੂੰ ਕਿਹਾ ਮੇਰੀ ਮਦਦ ਕਰੋ। ਜਦ ਪਾਕਿਸਤਾਨ ਨੇ ਉਹ 'ਤੇ ਹਮਲਾ ਕਰਤਾ ਤਾਂ ਉਹ ਮੱਧ 'ਚ ਇੱਕ ਸਮਝੌਤਾ ਹੋਇਆ ਸੀ ਜਿਹੜਾ ਹੁਣ ਆ ਕੇ ਸਰਕਾਰ ਨੇ ਖਤਮ ਕਰਤਾ, ਜਿਹਦਾ ਮਤਲਬ ਹੈ ਉਹ ਸਾਰਾ ਕੁਝ ਜੋ ਉਦੋਂ ਫੈਸਲਾ ਹੋਇਆ ਸੀ ਉਹ ਰੱਦ ਹੋ ਗਿਆ ਪ੍ਰੈਕਟੀਕਲੀ। ਤਾਂ ਥਿਓਰੀਟੀਕਲੀ ਰੱਦ ਹੋ ਗਿਆ, ਪ੍ਰੈਕਟੀਕਲੀ ਭਾਵੇਂ ਜਿਹਦਾ ਮਰਜ਼ੀ ਕਬਜ਼ਾ ਕਿ ਜਿਹਦਾ ਨਹੀਂ। ਹੁਣ ਜੇ ਅਸੀਂ ਦੇਖੀਏ ਖੇਤਰੀ ਸਿਆਸਤ ਦੇ ਵਿੱਚ ਅਕਾਲੀ ਦਲ ਦਾ ਇਹ ਭੂਮਿਕਾ, ਅਕਾਲੀ ਦਲ ਦੀ ਇਹ ਭੂਮਿਕਾ ਨਹੀਂ, ਮੈਂ ਕਹਾਂਗਾ ਇਸ ਖਿੱਤੇ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਸਿੱਖੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਚਾਹੇ ਉਹ ਪਹਿਲਾਂ ਮੁਗਲਾਂ ਨਾਲ ਟੱਕਰ ਰਹਿਣ ਦੀ ਗੱਲ ਹੋਵੇ, ਚਾਹੇ ਉਹ ਉਸ ਤੋਂ ਬਾਅਦ ਕਹਿ ਲਓ ਅੰਗਰੇਜ਼ਾਂ ਨਾਲ ਟੱਕਰ ਰਹਿਣ ਦੀ ਗੱਲ ਹੋਵੇ, ਇਹ ਸਾਰੇ ਕਾਸੇ ਦੇ, ਚਾਹੇ ਜਿਹੜੀਆਂ ਸਰਕਾਰਾਂ ਆਈਆਂ ਬਾਅਦ 'ਚ ਉਹਨਾਂ ਨਾਲ ਟੱਕਰ ਰਹਿਣ ਦੀ ਗੱਲ ਹੋਵੇ, ਉਹਦੇ ਵਿੱਚ ਸਿੱਖਾਂ ਦੀ, ਅਕਾਲੀ ਦਲ ਦੀ, ਪੰਜਾਬ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਚਾਹੇ ਉਹ ਐਮਰਜੈਂਸੀ ਦੇ ਵਿਰੁੱਧ ਸਟਰਗਲ ਸੀ, ਚਾਹੇ ਉਦੋਂ ਪਹਿਲਾਂ ਲੋਕਲ ਸਟਰਗਲ ਸੀ, ਸਥਾਨਕ ਕੈਰੋਂ ਦੇ ਖਿਲਾਫ ਬੈਟਰਮੈਂਟ ਦੇ ਵਿੱਚ, ਇਹ ਸਾਰਾ ਕੁਛ ਚੱਲਦਾ ਰਿਹਾ। ਜੇ ਅਸੀਂ ਦੇਖੀਏ ਉਹ ਗੱਲ ਦਾ ਜਿਹੜਾ ਝੌਲਾ ਇਸ ਗੱਲ 'ਚੋਂ ਵੀ ਪੈਂਦਾ ਹੈ, ਜਿਹੜਾ ਕਿਸਾਨੀ ਅੰਦੋਲਨ 380 ਦਿਨ ਦਿੱਲੀ ਦੀਆਂ ਬਰੂਹਾਂ 'ਤੇ ਚੱਲਦਾ ਰਿਹਾ, ਉਹਦੇ 'ਚ ਵੀ ਪੰਜਾਬ ਦੀ ਉਸੇ ਸਿਆਸਤ ਦਾ ਝੌਲਾ ਪੈਂਦਾ ਸੀ ਕਿਸੇ ਨਾ ਕਿਸੇ ਰੂਪ 'ਚ। ਪਾਰਟੀਆਂ ਜਿਹੜੀਆਂ ਮਰਜ਼ੀ ਹੋਣ, ਗਰੁੱਪ ਜਿਹੜੇ ਮਰਜ਼ੀ ਹੋਣ, ਉਹ ਗੱਲ ਵੱਖਰੀ ਹੈ। ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ, ਇਸ ਨੇ 89 ਤੋਂ ਲੈ ਕੇ ਆਪਣੇ ਆਪ ਨੂੰ ਇਹ ਖੇਤਰੀ ਪਾਰਟੀ ਦੀ ਬਜਾਏ ਕੁਛ ਹੋਰ ਕਹਿਣਾ ਸ਼ੁਰੂ ਕਰਤਾ। ਇੱਕ ਦਿਨ ਕਿਹਾ ਸੀ ਜੀ ਪੰਜਾਬੀ ਪਾਰਟੀਆਂ 2 ਸੰਵਿਧਾਨ ਦੇ ਤੇ ਹੋਰ ਦੇ, ਤਾਂ ਉਹ ਤੁਹਾਨੂੰ ਪਤਾ ਹੀ ਹੈ ਰੌਲਾ ਚੱਲਦਾ, ਖੇੜਾ ਸਾਹਿਬ ਨੇ ਮੁਕੱਦਮਾ ਕਰੇ ਸੀ, ਉਹ 'ਚ ਹਾਰੇ ਵੀ ਨੇ, ਅੱਗੇ ਚੱਲੀ ਜਾਂਦਾ। ਸੋ 2 ਸੰਵਿਧਾਨ ਦੇ ਨੇ ਆਪਣੇ ਆਪ ਹੀ ਇਹਨਾਂ ਦੀ ਦੋਗਲੀ ਨੀਤੀ ਦੀ ਨਿਸ਼ਾਨੀ ਸੀ। ਇਹਨਾਂ ਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਨੈਤਿਕਤਾ ਤੋਂ ਦੂਰ ਦੀ ਗੱਲ ਸੀ, ਕਿਉਂਕਿ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਕੁਛ ਹੋਰ ਸੰਵਿਧਾਨ ਦੀ ਗੱਲ ਕਰਦੇ ਹੋ, ਹੈ ਤੁਸੀਂ ਉਹੀ ਸ਼੍ਰੋਮਣੀ ਅਕਾਲੀ ਦਲ, ਅਤੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੁਛ ਹੋਰ ਦਿੰਦੇ ਹੋ। ਅਸੀਂ ਧਰਮ ਨਿਰਪੱਖ ਪਾਰਟੀਆਂ, ਤੁਸੀਂ ਕਹਿ ਦਿਓ ਕਿ ਜੀ ਅਸੀਂ ਤਾਂ, ਸਾਡਾ ਤਾਂ ਧਰਮ ਅਤੇ ਸਿਆਸਤ ਇਕੱਠਾ ਹੈ, ਜੇ EC ਨੇ ਸਾਨੂੰ ਆਏ ਨਹੀਂ ਮੰਨਣਾ ਫਿਰ ਸਾਡਾ ਪੰਜਾਬ ਦਾ ਹਿੱਸਾ ਅਸੀਂ ਵੱਖਰੇ ਹੋ ਜਾਵਾਂਗੇ, ਫਿਰ ਹੋਰ ਕੀ ਕਰਾਂਗੇ? ਜਦ ਅਸੀਂ ਤਾਂ ਆਪਦਾ ਧਰਮ ਅਤੇ ਸਿਆਸਤ ਨਹੀਂ ਵੱਖਰੇ ਕਰ ਸਕਦੇ। ਤੁਸੀਂ ਲੜਾਈ ਜੋ ਚੋਣਾਂ ਜਿਹਨੇ ਲੜਨੀਆਂ ਲੜੇ, ਸਾਨੂੰ ਨਾ ਲੜਾਓ, ਸਾਡਾ ਤਾਂ ਧਰਮ 'ਤੇ ਹਾਂ ਇਹ ਗੱਲ ਆ ਵੀ ਅਸੀਂ ਧਰਮ ਦੇ ਨਾਂ 'ਤੇ ਅਪੀਲ ਨਹੀਂ ਕਰਾਂਗੇ ਵੋਟਾਂ ਨੂੰ, ਕਿਉਂਕਿ ਜਿਹੜਾ ਚੋਣ ਕਮਿਸ਼ਨ ਆ ਉਹ ਧਰਮ ਦੇ ਨਾਂ 'ਤੇ ਅਪੀਲ ਤੋਂ ਰੋਕਦਾ। ਮੁਸਲਿਮ ਲੀਗ ਕੀ ਹੈ ਤਾਂ ਉਹ ਪਾਰਟੀ ਤਾਂ ਮੁਸਲਮਾਨਾਂ ਦੀ ਹੋਈ ਹੈ। ਇੱਦਾਂ ਜਿਹੜੀ ਜਿਹੜੀ ਸ਼ਿਵ ਸੈਨਾ ਹੈ
ਉਹ ਵੀ ਤਾਂ ਹਿੰਦੂ ਭਗਤਾਂ ਦੀ ਪਾਰਟੀ ਹੈ। ਸੋ ਇਹ ਕਹਿ ਸਕਦੇ ਸੀ ਕਿ ਜੀ ਅਸੀਂ ਇਹਦਾ ਨਾ, ਅਸੀਂ ਇਹਦੇ ਵਿੱਚ ਇਹ ਨਹੀਂ ਕਰਦੇ, ਅਸੀਂ ਇਹ ਲਿਮਿਟ ਤਾਂ ਰੱਖਾਂਗੇ ਆਪਦੇ ਉਹਨਾਂ ਲੋਕਾਂ ਤੱਕ ਹੀ, ਪਰ ਅਸੀਂ ਧਰਮ ਦੇ ਨਾਂ 'ਤੇ ਅਪੀਲ, ਕਿਉਂਕਿ ਧਰਮ ਦੇ ਨਾਂ 'ਤੇ ਅਪੀਲ ਕਰਨੀ ਗਲਤ ਹੈ, ਧਰਮ ਦੇ ਨਾਂ 'ਤੇ ਚੋਣ ਲੜਨੀ ਗਲਤ ਹੈ। ਸੋ ਉਹ ਤਰੀਕੇ ਨਾਲ ਮੈਨੂੰ ਐਂ ਲੱਗਦਾ ਵੀ ਉੱਥੇ ਵੀ ਇਹਨਾਂ ਨੇ ਇਸ ਤਰ੍ਹਾਂ ਜਿਹੜਾ ਅਸਲੀ ਰਸਤੇ ਜਾਣਾ ਸੀ ਉਹਦੀ ਬਜਾਏ ਸੌਖਾ ਰਸਤਾ ਲੱਭਣ ਦੀ ਕੋਸ਼ਿਸ਼ ਕਰੀ ਤੇ ਛੋਟਾ ਰਸਤਾ ਲੱਭਣ ਦੀ ਕੋਸ਼ਿਸ਼ ਕਰੀ। ਲੰਬਾ ਰਸਤਾ ਭਾਵੇਂ ਸਿੱਧਾ ਜਿਹੜਾ ਰਸਤਾ ਹੁੰਦਾ ਉਹ ਭਾਵੇਂ ਲੰਬਾ ਹੀ ਹੋਵੇ, ਪਰ ਉਹਨੂੰ ਛੱਡਣਾ ਨਹੀਂ ਚਾਹੀਦਾ। ਕਿਸੇ ਨੇ ਕਿਹਾ ਸਿੱਧਾ ਰਾਹ ਨਾ ਛੋਡੀਏ, ਭਾਵੇਂ ਹੋਵੇ ਦੂਰ, ਭਾਵੇਂ ਦੂਰ ਹੀ ਹੋਵੇ। ਇਹਨਾਂ ਨੇ ਉਹ ਛੱਡਤਾ। ਉਦੋਂ ਬਾਅਦ ਕੀ ਹੋਇਆ, ਇਹਨਾਂ ਦਾ ਤੁੱਕਾ ਚੱਲਦਾ ਰਿਹਾ ਕਿ 15 ਸਾਲ ਤਾਂ ਇਹਨਾਂ ਨੇ ਰਾਜ ਕਰ ਹੀ ਲਿਆ। ਜਦ ਇਹਨਾਂ ਨੇ 15 ਸਾਲ ਰਾਜ ਕਰ ਲਿਆ ਤਾਂ ਇਹਨਾਂ ਦੀਆਂ ਅੱਖਾਂ ਫੁੱਟ ਗਈਆਂ ਵੀ ਆਪਾਂ ਤਾਂ ਹੁਣ ਤਾਂ ਪੱਕੇ ਹੀ ਰਹਿ ਜਾਾਂਗੇ। ਜਿਵੇਂ ਬੀਜੇਪੀ ਵੀ ਕਹੀ ਜਾਂਦੇ ਆ ਵੀ ਅਸੀਂ ਤਾਂ ਹੁਣ 50 ਸਾਲ ਰਾਜ ਕਰਨਾ। ਉਦੋਂ ਪਹਿਲਾਂ 2004 'ਚ ਵੀ ਕਹਿੰਦੀ ਸੀ ਬੀਜੇਪੀ। ਸੋ ਇਹਨਾਂ ਨੂੰ ਐਂ ਹੋ ਜਾਂਦਾ, ਜਿਹੜੀਆਂ ਪਾਰਟੀਆਂ ਨਵੀਆਂ ਇਸ ਤਰ੍ਹਾਂ ਦੇ ਆਉਂਦੇ ਨੇ ਨਾ, ਨਵੇਂ ਬੰਦੇ, ਉਹਨਾਂ ਨੂੰ ਕਹੀਏ। ਅਕਾਲੀ ਦਲ ਨੇ ਇਹੀ ਕੁਛ ਕਰਿਆ। ਉਦੋਂ ਬਾਅਦ ਅਕਾਲੀ ਦਲ ਨੇ ਦੂਜਾ ਕਰਿਆ ਕਿ ਆਪਦੀ ਹੋਂਦ, ਜਿਹੜੀ ਵੱਖਰੀ ਹੋਂਦ ਸੀ, ਉਹ ਮਿਟਾਈ ਦਿੱਤੀ। ਜਦ ਬਿਲਕੁਲ ਹੀ ਕੋਈ ਪੁੱਛਦਾ ਨਹੀਂ ਸੀ ਬੀਜੇਪੀ ਨੂੰ, ਕੱਢੇ ਰਹਿ ਗਏ ਸੀ ਤਾਂ ਵੀ ਅਕਾਲੀ ਉਹਦੇ ਨਾਲ ਖੜੇ ਰਹੇ। ਔਰ ਉਸ ਵਕਤ ਨਾਲ ਖੜੇ ਰਹੇ 99 2000 'ਚ, ਜਦ ਕਿ ਬੀਜੇਪੀ ਨੇ ਬਿਲਕੁਲ ਗਿਣੀ ਮਿੱਥੀ ਸਾਜ਼ਿਸ਼ ਨਾਲ ਸਿੱਖ ਧਰਮ ਔਰ ਸਿੱਖ ਇਤਿਹਾਸ 'ਤੇ ਹਮਲਾ ਕਰਿਆ, ਸਿੱਖ ਧਰਮ ਔਰ ਸਿੱਖ ਇਤਿਹਾਸ ਨੂੰ ਬਦਲਿਆ। ਕਨਿੰਗਮ ਦੀ ਕਿਤਾਬ ਦੀ ਟਰਾਂਸਲੇਸ਼ਨ ਇਸ ਤਰੀਕੇ ਦੀ ਕਰਾਤੀ ਕਿ ਇਹਨਾਂ ਨੂੰ ਪਤਾ ਨਹੀਂ ਕਿਹੋ ਜਿਹੇ ਝਾਂਸੇ 'ਚ ਲਿਆ ਤੇ ਉਹਨਾਂ ਨੇ ਚੱਕ ਕੇ ਛਾਪਤੀ SGPC ਨੇ। ਉਹ ਕਿਤਾਬ ਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ, ਉਹਦੀ ਕਿੰਨੀ ਉਹ ਵੀ, ਕਿਉਂਕਿ ਕਨਿੰਗਮ ਨੇ ਲਿਖੀ ਹੈ, ਕੋਈ ਇਹ ਥੋੜ੍ਹਾ ਵੀ ਜਿਹੜਾ ਕੋਈ ਅੰਗਰੇਜ਼ ਲਿਖਦੇ ਤਾਂ ਸਾਰਾ ਕੁਝ ਠੀਕ ਹੀ ਹੁੰਦਾ, ਸਾਰਾ ਕੁਝ ਸੱਚ ਹੀ ਹੁੰਦਾ। ਦੂਜਾ, ਇਹਨਾਂ ਨੂੰ ਅਜੇ ਤੱਕ ਨਹੀਂ ਪਤਾ ਕਿ ਵੀ ਜਿਹੜੀ ਬੀਜੇਪੀ ਹੈ, RSS ਹੈ, ਉਹ ਤਾਂ ਪੱਕਾ ਹੀ ਸਿੱਖਾਂ ਦੇ ਉਲਟ ਆ। ਉਹ ਬੇਸਿਕਲੀ ਉਹ ਅਕਾਲੀ ਦਲ ਦੇ ਉਲਟ ਹੋਵੇ ਨਾ ਹੋਵੇ, ਸਿੱਖਾਂ ਦੇ ਤਾਂ ਉਲਟੀ ਹੈ। ਸਿੱਖੀ ਤਾਂ ਉਹਨੂੰ ਪਾਉਂਦੀ ਨਹੀਂ ਹੈ। ਸਿੱਖੀ ਤਾਂ ਉਹਨੂੰ ਤਾਂ ਪਾਉਂਦੀ ਹੈ ਜੇ ਸਿੱਖੇ ਕਹਿੰਦੇ ਨੇ ਹਾਂ ਅਸੀਂ ਹਿੰਦੂ ਹੀ ਹਾਂ, ਕਿਸਰਤਾਰੀ ਹਿੰਦੂ ਹਾਂ, ਅਸੀਂ ਹਿੰਦੂਆਂ ਦੀ ਰਾਖੀ ਵਾਸਤੇ ਬਣਿਆ। ਜਿਹੜਾ ਖਾਲਸਾ ਹੈ ਫੌਜ ਹੈ ਹਿੰਦੂਆਂ ਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹ ਪੁਰਾਣੇ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦੇ ਨਿਚੋੜ ਹੈ। ਫਿਰ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਫਿਰ ਸਿੱਖੀ ਦੀ ਆਜ਼ਾਦ ਹੋਣ ਨਹੀਂ ਰਹਿੰਦੀ। ਜਿਹੜਾ ਤੁਹਾਡਾ ਕਹਿੰਦੇ ਵੀ ਇਹ ਸੰਗਤ ਹੈ, ਉਹ ਅਸੀਂ ਵੀ ਕੀਰਤਨ ਕਰਦੇ ਹੁੰਦੇ ਸੀ, ਚਿਮਟੇ ਖੜਕਾਉਂਦੇ ਸੀ, ਅਸੀਂ ਵੀ ਮੰਡਲੀਆਂ ਲਾਉਂਦੇ ਸੀ। ਇਸੇ ਤਰ੍ਹਾਂ ਜਿਹੜਾ ਤੁਹਾਡਾ ਲੰਗਰ ਹੈ, ਅਸੀਂ ਵੀ ਕਹਿੰਦੇ ਭੰਡਾਰੇ ਕਰਦੇ ਸੀ। ਸੋ ਇਹ ਸਿੱਖ ਧਰਮ ਜਿਹੜਾ ਇਹ ਕੋਈ ਵੱਖਰਾ ਧਰਮ ਨਹੀਂ, ਕੋਈ ਵਿਲੱਖਣ ਧਰਮ ਨਹੀਂ ਹੈ। ਸਿੱਖ ਕੌਮ ਕੋਈ ਵੱਖਰੀ ਕੌਮ ਨਹੀਂ ਹੈ, ਇਹ ਹਿੰਦੂਆਂ ਦਾ ਹੀ ਹਿੱਸਾ ਹੈ। ਜੇ ਤਾਂ ਇਹ ਗੱਲ ਨੂੰ ਮੰਨ ਲੈਣ ਫਿਰ ਤਾਂ ਕੋਈ ਇਤਰਾਜ਼ ਨਹੀਂ ਹੈ। ਜਦ ਸਿੱਖ ਕੌਮ ਵੱਖਰੀ, ਸਿੱਖ ਆਪਣੀ ਹੋਂਦ ਦੱਸਦੇ ਨੇ, ਉਦੋਂ ਪੈਂਦਾ ਝਗੜਾ। ਗੱਲ ਤਾਂ ਇੰਨੀ ਹੈ। ਅਕਾਲੀ ਦਲ ਨੇ ਉਹ ਹੋਂਦ ਮਿਟਾਤੀ ਸੀ। ਅਕਾਲੀ ਦਲ ਦਾ ਜਿਹੜਾ, ਤੁਸੀਂ ਖੇਤਰੀ ਪਾਰਟੀ ਦੀ ਗੱਲ 'ਚ ਆਉਣ ਦੇ ਵਾਸਤੇ ਜ਼ਰੂਰੀ ਆ ਬੈਕਗਰਾਊਂਡ ਸਮਝਣਾ, ਵੀ ਉਹਨੇ ਹੋਂਦ ਮਿਟਾਤੀ, ਉਹ ਲਕੀਰ ਮਿਟਾਤੀ। ਉਹਨਾਂ ਨਾਲ ਇੱਕਮੱਕ ਹੋ ਗਿਆ ਤੇ ਕਹਿਣ ਲੱਗਿਆ ਸਾਡਾ 9 ਮਾਸ ਦਾ ਰਿਸ਼ਤਾ ਹੈ। ਜਦ ਉਹ ਫਸੇ ਹੁੰਦੇ ਉਦੋਂ ਅਕਾਲੀ ਦਲ ਜਾ ਕੇ ਉਹਨਾਂ ਨੂੰ ਸਮੱਸਿਆ 'ਚੋਂ ਕੱਢਦਾ ਸੀ। ਬੀਜੇਪੀ ਦੀ ਸਰਕਾਰ ਨਹੀਂ ਬਣਨੀ ਸੀ ਹਰਿਆਣੇ 'ਚ ਜੇ ਬਾਦਲ ਸਾਹਿਬ ਅਚਕਨ ਪਾ ਕੇ ਜਾ ਕੇ ਉਸਨੂੰ ਚੌਟਾਲੇ ਨੂੰ ਨਾ ਮਨਾਉਂਦੇ। ਉਹ ਫਿਰ ਉਹਨਾਂ ਨੇ ਸਾਂਝੀ ਸਰਕਾਰ ਬਣਾਈ ਲਈ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਜਦ ਤੁਸੀਂ ਆਪਦਾ ਸਾਰਾ ਜਿਹੜਾ ਆਪਦਾ ਵਕਾਰ ਉਹ ਛੱਡ ਕੇ ਜੋ ਅਗਲੇ ਕਹਿਣ ਉਹੀ ਕਰੀ ਜਾਓ, ਉਹਨਾਂ ਦੇ ਤਾਲੀ ਵਜਾਈ ਜਾਓ, ਉਹਨਾਂ ਦੀ ਤਾਲ ਦੇ ਉੱਤੇ, ਚਾਹੇ ਇਹ ਆਪਣਾ ਨਨਕਾਣਾ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੀ, ਕਰਤਾਰਪੁਰ ਸਾਹਿਬ ਦਾ, ਤੇ ਉਹ ਲਾਂਘਾ ਖੁੱਲ੍ਹਣ ਵੇਲੇ ਵੀ ਇਹੀ ਗੱਲ ਹੋਈ ਹੈ। ਤੇ ਉਹ ਤਾਲੀ ਜਦ ਤੁਸੀਂ ਉਹਨਾਂ ਦੇ ਉਸ 'ਤੇ ਵਜਾਓਗੇ, ਉਹਨਾਂ ਦੇ ਤਾਲੀ ਵਜਾਉਣ ਦੇ ਉੱਤੇ ਤੁਸੀਂ ਨੱਚੋਗੇ, ਤੇ ਫਿਰ ਤੁਹਾਡੀ ਹੋਂਦ ਕਿੱਥੋਂ ਰਹੇਗੀ? ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਜਦ ਬੀਬਾ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਣ ਗਈ ਤਾਂ ਮੋਦੀ ਨੇ ਉਹਨੂੰ ਅੰਦਰ ਤੱਕ ਨਹੀਂ ਬੁਲਾਇਆ। ਇਦੋਂ ਵੱਡੀ ਕੋਈ ਇਨਸਲਟ ਕਿਸੇ ਦੀ ਹੋ ਨਹੀਂ ਸਕਦੀ। ਹਾਲਾਂਕਿ ਮੋਦੀ ਸਾਹਿਬ ਵੱਲੋਂ ਕੋਈ ਚੰਗੀ ਗੱਲ ਨਹੀਂ ਕਰੀ ਗਈ। ਉਹ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਉਹਨਾਂ ਦੀ ਕੈਬਨਿਟ ਵਜ਼ੀਰ ਸੀ, ਇੱਕ ਔਰਤ ਸੀ, ਤੇ ਉਹਨਾਂ ਦਾ ਫਰਜ਼ ਬਣਦਾ ਸੀ ਕੋਈ ਗੱਲ ਨਹੀਂ ਹੈ, ਸੱਜਣ ਛੱਡੀਏ ਰੰਗ ਸਿਓ ਫਿਰ ਮਿਲਣ ਕੀ ਆਸ। ਪਰ ਇਹਨਾਂ ਨੇ ਕੀ ਕਰਿਆ, ਜਦ ਪੰਜਾਬ ਦੀ ਚੋਣ ਹੋਈ ਸੀ, ਮੇਰੇ ਅਕਾਲੀਆਂ ਨੇ ਕਹਿੰਦਾ ਕੋਈ ਗੱਲ ਨਹੀਂ, ਅਸੀਂ ਤਾਂ ਬੀਜੇਪੀ ਨਾਲ ਸਾਂਝ ਵੀ ਪਾ ਲਾਂਗੇ। ਇਹਨਾਂ ਨੂੰ ਐਂ ਲੱਗਣ ਲੱਗ ਗਿਆ ਵੀ ਸ਼ਾਇਦ ਸਾਡੀ ਸਰਕਾਰ ਹੀ ਬਣ ਜੇ। ਸੋ ਜਦ ਇਹ ਰਾਜ ਦੀ ਭੁੱਖੇ ਨੇ, ਜਿਹੜਾ ਰਾਜ ਦੇ ਉੱਤੇ ਤਖਤ ਦਾ ਭੁੱਖਾ ਹੈ, ਤੇ ਫਿਰ ਉਹ ਬੰਦਾ ਸਿੱਖੀ ਦਾ ਜਾਂ ਰੀਜਨਲ ਪਾਰਟੀ ਦੀ ਗੱਲ ਨਹੀਂ ਕਰ ਸਕਦਾ। ਉਹਨੂੰ ਤਾਂ ਆਪਦਾ ਤਖਤ ਚਾਹੀਦਾ, ਉਹਨੂੰ ਤਾਂ ਆਪਦੀ ਤਾਕਤ ਚਾਹੀਦੀ ਹੈ। ਅੱਜ ਅਕਾਲੀ ਦਲ ਉਸ ਤਾਕਤ ਦੇ ਵਿੱਚ ਉਲਝ ਗਿਆ। ਉਸ ਤਾਕਤ ਦੇ ਵਿੱਚੋਂ ਨਿਕਲਣ ਦਾ ਤੇ ਖੇਤਰੀ, ਜੇ ਤੁਸੀਂ ਖੇਤਰੀ ਸਿਆਸਤ ਦੀ ਗੱਲ ਕਰਦੇ ਹੋ, ਇਸ ਵਕਤ ਖੇਤਰੀ ਸਿਆਸਤ ਇੱਕ ਬਹੁਤ ਵੱਡਾ ਮੌਕਾ ਸੀ ਅਕਾਲੀ ਦਲ ਕੋਲੇ, ਮੁੜ ਕੇ ਇਸ ਸਿਆਸਤ ਨੂੰ ਉਭਾਰਨ ਦਾ, ਮੁੜ ਕੇ ਦੇਸ਼ ਨੂੰ ਖੇਤਰੀ ਸਿਆਸਤ ਵੱਲ ਲੈ ਕੇ ਜਾਣ ਦਾ, ਸਾਰੇ ਦੇਸ਼ ਨੇ।
ਸਾਰੇ ਦੇਸ਼ ਨੂੰ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਉੱਤੇ ਸੂਬਿਆਂ ਦੇ ਕੇਂਦਰ ਪ੍ਰਤੀ ਤੇ ਕੇਂਦਰ ਦੇ ਸੂਬਿਆਂ ਪ੍ਰਤੀ ਕੀ ਅਧਿਕਾਰ ਹੋਣਗੇ, ਉਹਨਾਂ ਅਧਿਕਾਰਾਂ ਦੀ ਜਾਇਜ਼ ਮੁੜ ਵੰਡ ਵਰਕੇ ਮੈਂ ਕਹਾਂਗਾ ਪਹਿਲਾਂ ਜਿੰਨੀ ਸੀ ਉਦੋਂ ਵੀ ਵੱਧ ਲੈਣ ਦੇ ਇੱਕ ਮੌਕਾ ਸੀ। ਉਸ ਮੌਕੇ ਨੂੰ ਅਕਾਲੀ ਦਲ ਨੇ ਬਿਲਕੁਲ ਗਵਾਤਾ। ਉਹ ਮੌਕਾ ਕੀ ਸੀ? ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਸੀ ਜਿੰਨਾ ਪੂਰੇ ਦੇਸ਼ ਦੀਆਂ ਸੰਵੇਦਨਾਵਾਂ ਜੁੜੀਆਂ ਹੋਈਆਂ ਸੀ। ਬੀਜੇਪੀ ਕਮਜ਼ੋਰ ਹੋਈ ਜਾ ਰਹੀ ਸੀ ਕਰੋਨਾ ਕਰਕੇ, ਇੰਨੀਆਂ ਮੌਤਾਂ ਕਰਕੇ, ਅਰਥਚਾਰੇ ਦੇ ਥੱਲੇ ਜਾਣ ਕਰਕੇ। ਉਸ ਵਕਤ ਇਹਨਾਂ ਨੇ ਬੀਜੇਪੀ ਨੂੰ ਉਹ ਸਬਕ ਨਹੀਂ ਸਿਖਾਇਆ ਜਿਹੜਾ ਇਹ ਸਿਖਾ ਸਕਦੇ ਸੀ। ਪਰ ਬੀਜੇਪੀ ਆਪਦੇ RSS ਦੇ ਜ਼ੋਰ ਤੇ ਕਹਿੰਦੀ ਰਹੀ। ਤਾਂ ਹਿੰਦੂ ਰਾਸ਼ਟਰ ਕਹਿੰਦੇ, ਜੇ ਮੋਹਨ ਭਗਤ ਜੀ ਨੇ ਕਿਹਾ ਕਿ ਜੇ ਇੱਕ ਵੀ ਹਿੰਦੂ ਇੱਥੇ ਹੈਗਾ ਇਹ ਹਿੰਦੂ ਰਾਸ਼ਟਰ ਹੈ। ਸੋ ਉਹ ਤਾਂ ਹਿੰਦੂ ਰਾਸ਼ਟਰ ਦੀ ਗੱਲ ਹੀ ਕਰਦੇ ਨੇ। ਉਹ ਤਾਂ ਕੋਈ ਲੋਕੀ ਵੀ ਨਹੀਂ ਕਰਦੇ, ਉਹ ਤਾਂ ਓਪਨ ਨਹੀਂ ਕਰਦੇ ਨੇ, ਸਾਹਮਣੇ ਕਰਦੇ ਨੇ। ਉਹਨਾਂ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਦਾ ਕੋਈ ਕਹਾੜਾ ਨਹੀਂ ਚੱਲਦਾ, ਉਹਨਾਂ ਵਾਸਤੇ ਕੋਈ ਸੰਵਿਧਾਨ ਵੱਖਰੇ ਦੇ, ਕਿਉਂਕਿ ਉਹਨਾਂ ਨੇ RSS ਬੁਰਾਈ ਵੱਖਰੀ ਰੱਖੀ ਹੈ ਇੱਕ। ਸੋ ਉਹ ਆਪਦਾ ਕਰੀ ਜਾਂਦੀ ਹੈ। ਬੰਦੇ ਉਦੋਂ ਚੋਂ ਹੀ ਆਉਂਦੇ ਨੇ, ਆਪਾਂ ਨੂੰ ਪਤਾ ਹੀ। ਉਹ ਕੋਈ ਕਹਿੰਦੇ ਬੀਜੇਪੀ 'ਚ ਆ ਗਿਆ ਜੀ ਹੁਣ RSS ਦਾ, ਹੁਣ RSS 'ਚ ਮੁੜ ਕੇ ਚਲਾ ਗਿਆ। ਸੋ ਇਹ ਜਿਹੜਾ ਸੀ ਅਕਾਲੀ ਦਲ, ਇਹਦੇ ਕੋਲ ਇੱਕ ਤਾਕਤ ਸੀ। ਇਹਦਾ ਅਜੇ ਵੀ ਪਿੰਡਾਂ ਤੱਕ ਪ੍ਰਭਾਵ ਹੈਗਾ। ਐ ਨਹੀਂ ਆ ਇਹ ਜੇ ਕੋਈ ਪੰਜਾਬ 'ਚ ਪਾਰਟੀਆਂ ਦਾ ਸੱਚੀ ਮੁੱਚੀ ਪੂਰੇ ਪੰਜਾਬ 'ਚ ਪ੍ਰਭਾਵ ਹੈਗਾ, ਉਹ ਸਿਰਫ ਦੋ ਪਾਰਟੀਆਂ ਨੇ ਪੰਜਾਬ 'ਚ, ਇੱਕ ਅਕਾਲੀ ਦਲ ਹੈ, ਇੱਕ ਕਾਂਗਰਸ ਹੈ। ਹੋਰ ਕਿਸੇ ਦਾ ਪੂਰੇ ਪੰਜਾਬ 'ਚ ਪ੍ਰਭਾਵ ਹੀ ਨਹੀਂ ਹੈ। ਬੀਜੇਪੀ ਕਹਿੰਦੀ ਹੈ ਵੀ ਸਾਡੀਆਂ ਇੰਨੀਆਂ ਸ਼ਾਖਾਂ ਨੇ, ਉਹਨਾਂ ਦਾ ਕੋਈ ਐ ਨਹੀਂ ਹੈ ਪੂਰੇ ਪੰਜਾਬ 'ਚ ਪ੍ਰਭਾਵ ਹੋਵੇ। BSP ਦਾ ਪੂਰੇ ਪੰਜਾਬ 'ਚ ਪ੍ਰਭਾਵ ਨਹੀਂ ਹੈ। ਤਾਂ ਇੱਕੋ ਦੁੱਕੋ ਬੰਦੇ ਤਾਂ ਕਿਤੇ ਵੀ ਹੁੰਦੇ ਨੇ। ਇਹਨਾਂ ਦਾ ਪੂਰੇ ਪੰਜਾਬ 'ਚ ਪ੍ਰਭਾਵ ਹੈ ਦੋਹਾਂ ਪਾਰਟੀਆਂ ਦਾ। ਉਹਦੇ ਵਿੱਚੋਂ ਅਕਾਲੀ ਦਲ ਤਾਂ ਸਭ ਤੋਂ ਜ਼ਿਆਦਾ ਹੈ। ਅਕਾਲੀ ਦਲ ਦੇ ਕੋਲ ਤਾਕਤ ਜ਼ਿਆਦਾ ਹੈ, ਪਰ ਅਕਾਲੀ ਦਲ ਨੇ ਉਹ ਵਰਤੀ ਨਹੀਂ। ਜਦ ਉਹ ਛੱਡਿਆ ਸੀ ਬਾਜ਼ਾਰ ਤੋਂ, ਉਦੋਂ ਫਿਰ ਵੱਧ ਅਧਿਕਾਰਾਂ ਦੀ, ਕਿਉਂਕਿ ਖੇਤੀ ਵੰਡ ਦਾ ਮਾਮਲਾ ਹੀ ਵੱਧ ਅਧਿਕਾਰਾਂ ਦਾ ਸੀ। ਇੱਕ ਪਾਸੇ ਕਿਸਾਨ ਲੜਾਈ ਲੜ ਰਹੇ ਸੀ ਵੱਧ ਅਧਿਕਾਰਾਂ ਦੀ, ਦੂਜੇ ਪਾਸੇ ਆਪੇ ਸਿੱਧੀ ਲੜਾਈ ਸ਼ੁਰੂ ਕਰਨ ਦੇ ਸਿਆਸੀ। ਉਹ ਕਰੀ ਹੋਈ ਨਹੀਂ। ਇੱਥੇ ਸੂਬੇ ਦੀਆਂ ਕਾਨਫਰੰਸਾਂ ਕਰ ਲੈਂਦੇ, ਫਿਰ ਜ਼ਿਲ੍ਹਿਆਂ ਦੀਆਂ ਕਰ ਲੈਂਦੇ, ਫਿਰ ਬਲਾਕਾਂ ਦੀਆਂ ਕਰ ਲੈਂਦੇ, ਫਿਰ ਸਾਡੇ ਸਰਕਲਾਂ ਦੀਆਂ ਕਰ ਲੈਂਦੇ। ਇਹਨਾਂ ਤਾਂ ਸਰਕਲ ਜਥੇਦਾਰ ਤੱਕ, ਪਿੰਡਾਂ ਦੇ ਜਥੇਦਾਰ ਤੱਕ ਬੈਠੇ ਨੇ। ਇਹਨਾਂ ਕੋਲ ਤਾਂ ਆਰਗੇਨਾਈਜੇਸ਼ਨ ਸਟਰਕਚਰ ਵੀ ਹੈਗੀ ਹੈ, ਢਾਂਚਾ ਹੈਗਾ, ਪਰ ਉਹ ਨਹੀਂ ਕਰੀਆਂ ਕਿਉਂਕਿ ਇਹਨਾਂ ਨੂੰ ਤਾਂ ਲਾਲਚ। ਹੁਣ ਇਹ ਉਹ ਜਿਹੜੇ ਹੈਗੇ ਨਾ ਮਾਨੀ ਡਾਨੀ, ਉਹ ਵੱਡੇ ਭਾਈਵਾਲ ਨੇ। ਇਹ ਥੋੜ੍ਹੇ ਛੋਟੇ ਹੁੰਦੇ ਨਾ, ਜਿਵੇਂ ਕਈ ਵਾਰ ਬਿਜ਼ਨਸ ਕਰਦੇ ਨੇ ਲੋਕ। ਮੈਂ ਬਿਜ਼ਨਸ ਕਮਿਊਨਿਟੀ ਨੂੰ ਬਿਲੋਂਗ ਕਰਦਾ। ਉਹ ਜਿਹੜਾ ਛੋਟਾ ਹਿੱਸੇਦਾਰ ਹੁੰਦਾ, ਉਹ ਕਹਿੰਦਾ ਚੱਲ ਯਾਰ ਮੇਰਾ 1 ਪੈਸਾ ਹੀ ਪਾ ਲਓ, ਮੇਰੇ 2 ਪੈਸੇ ਪਾ ਲਓ। ਇਹ ਤਾਂ ਉਹ ਨੇ ਵੀ 100 ਪੈਸੇ ਦੇ ਵਿੱਚ 2 ਪੈਸੇ ਪਾਉਣ ਵਾਲੇ, ਵੀ ਮਾਨੀ ਡਾਨੀਆਂ ਨੂੰ ਵਰਗੇ ਬਣਨ ਵਾਸਤੇ ਸਾਨੂੰ ਵੀ 2 ਪੈਸੇ ਸਾਨੂੰ ਦੇ ਦਿਆ ਕਰੋ ਬਸ। ਇਹ 2 ਪੈਸਿਆਂ ਤੇ ਸਰਚਣ ਵਾਲੇ ਨੇ। ਇਹ ਸਿਆਸਤ ਜਿਹੜੀ ਹੈ ਇਹਦੇ ਉੱਤੇ ਕਬਜ਼ਾ ਕਰਕੇ ਰੱਖਣਾ ਚਾਹੁੰਦੇ ਨੇ। ਇਹ ਅਕਾਲੀ ਜਾਂ ਖੇਤਰੀ ਜਾਂ ਸਿੱਖੀ ਜਾਂ ਪੰਜਾਬੀ ਦੀ ਸਿਆਸਤ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਇਹਨਾਂ ਦਾ ਹਾਲ ਮਾੜਾ। ਹਾਂਜੀ ਜੀ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਮਝਣੀ ਚਾਹੁੰਦਾ। ਜੀ। ਜੋ ਇਤਿਹਾਸਿਕ ਸ਼੍ਰੋਮਣੀ ਅਕਾਲੀ ਦਲ ਦਾ ਤੇ ਉਸ ਇਤਿਹਾਸਿਕ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਨੀਤੀਆਂ ਨੇ, ਉਸੇ ਸੰਦਰਭ ਦੇ ਵਿੱਚ ਜੋ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਹੈ, ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਨੀਤੀਆਂ ਨੇ, ਕਿੰਨਾ ਕੁ ਫਰਕ ਹੈ ਤੇ ਕੀ ਫਰਕ ਹੈ ਇਹਦੇ 'ਚ? ਬਿਲਕੁਲ ਹੀ ਜ਼ਮੀਨੀ ਸੰਦ ਹੋ ਕਿ ਇਹ ਤਾਂ ਨਾਮ ਹੀ ਅਕਾਲੀ ਦਲ ਹੈ ਬਸ, ਹੋਰ ਤਾਂ ਰਿਹਾ ਹੀ ਕੁਛ ਨਹੀਂ ਇਹਨਾਂ ਦਾ। ਕਿਉਂ? ਮੈਂ ਦੱਸ ਦਿੰਦਾ ਇਹ ਵੀ ਫਰਕ ਕਿੱਥੇ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੇ ਬਿਲਕੁਲ ਆਪਦੀ ਮੁੱਠੀ 'ਚ ਕਰਿਆ ਹੋਇਆ ਹੈ। ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਕਹਿੰਦੇ ਨੇ ਕਿ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਹੀਂ ਪਾਈ, ਪੰਜਾਬੀਆਂ ਨੇ ਬੜੀ ਵੱਡੀ ਗਲਤੀ ਕਰੀ ਹੈ। ਇਹਦਾ ਮਤਲਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ, ਉਹ ਸਿੱਖਾਂ ਦੇ ਜਥੇਦਾਰ ਨਹੀਂ ਹੈਗੇ, ਉਹ ਤਾਂ ਅਕਾਲੀ ਦਲ ਦੇ ਜਥੇਦਾਰ ਨੇ। ਇਹੋ ਜਿਹਾ ਕੰਮ ਤਾਂ ਪਿਛਲੇ ਜਥੇਦਾਰਾਂ ਨੇ ਵੀ ਨਹੀਂ ਕਰਿਆ ਜਿਨ੍ਹਾਂ ਨੂੰ ਮਾੜਾ ਕਹਿੰਦੇ ਸੀ। ਉਹ ਵੀ ਇਹ ਕਹਿੰਦੇ ਸੀ ਭਾਈ ਸਾਰੇ ਧੜੇ ਇਕੱਠੇ ਹੋ ਜਾਓ, ਕਿਉਂਕਿ ਅਕਾਲ ਤਖਤ ਦੀ ਜਿਹੜੀ ਪਰੰਪਰਾ ਸੀ ਅਕਾਲੀ ਦਲ ਨੂੰ ਇੱਕ ਰੱਖਣ ਦੀ, ਉਹ ਮਿਸਰਾਂ ਨੂੰ ਵੀ ਇਕੱਠੇ ਵੀ ਆਪਦੇ ਹਥਿਆਰ ਬਾਹਰ ਰੱਖਿਆ, ਉਹ ਇੱਥੇ ਆ ਕੇ ਗੁਰਮਤਾ ਕਰ ਲਓ ਇਕੱਠੇ, ਉਹ ਫੈਸਲਾ ਕਰ ਲਓ, ਸਭ ਦੇ ਉੱਤੇ ਲਾਗੂ ਹੋਏਗਾ। ਸੋ ਅਕਾਲੀ ਦਲ ਦੀ ਜਿਹੜੀ ਪਰੰਪਰਾ ਸੀ, ਅਕਾਲ ਤਖਤ ਦੀ ਪਰੰਪਰਾ ਸੀ ਜਿਹੜੀ, ਉਹ ਵੀ ਅਕਾਲੀ ਦਲ ਨੇ ਖਤਮ ਕਰਤੀ। ਬਾਕੀ ਤਾਂ ਗੱਲਾਂ ਹੀ ਛੱਡੋ। ਇਸ ਤੋਂ ਅੱਗੇ ਅਕਾਲੀ ਦਲ ਦੇ ਵਿੱਚ ਇੱਕ ਸੀਗਾ ਵੀ ਚਾਹੇ ਜਿਹੀ ਵੀ ਸੀਗੀ ਚੋਣ ਹੁੰਦੀ ਸੀ, ਉਹ ਚੋਣ ਦੀ ਵੀ ਪਰੰਪਰਾ ਖਤਮ ਕਰਤੀ। ਹੁਣ ਤਾਂ ਸਿੱਧਾ ਹੀ ਨੋਮੀਨੇਸ਼ਨ ਕਰਨ ਲੱਗ ਗਏ ਸੀ ਸ਼੍ਰੋਮਣੀ ਕਮੇਟੀ ਦਾ। ਤੀਜਾ, ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦਾ ਇੱਕ ਵਖਰੇਵਾਂ ਸੀ, ਉਹ ਵਖਰੇਵਾਂ ਬਿਲਕੁਲ ਹੀ ਖਤਮ ਕਰਤਾ। ਉਹਦੇ ਵਿੱਚ ਅਕਾਲੀ ਦਲ ਹੀ ਗੁਰਦੁਆਰਿਆਂ ਦਾ ਫੈਸਲਾ ਕਰਨ ਲੱਗ ਗਿਆ ਵੀ ਕੀ ਹੋਣਾ ਕੀ ਨਹੀਂ ਹੋਣਾ। ਉਹਦੇ ਵਿੱਚ ਸਿਆਸਤ ਸਿੱਧੀ ਉੱਤੇ ਭਰ ਹੋ ਗਈ। ਜਦ ਸਿਆਸਤ ਧਰਮ ਤੇ ਭਰ ਹੋ ਗਈ, ਧਰਮ ਸਿਆਸਤ ਤੇ ਭਾਰੂ ਰਹਿੰਦਾ ਤਾਂ ਅਕਾਲੀ ਦਲ ਦੀ ਇਹ ਹਾਲਤ ਨਹੀਂ ਹੋਣੀ ਸੀ। ਆਹ ਫਰਕ ਹੈ। ਉਹਦੇ ਵਿੱਚ ਧਰਮ ਸਿਆਸਤ ਦੇ ਉੱਤੇ ਭਾਰੂ ਸੀ। ਔਰ ਉਹ ਇਹ ਨਹੀਂ ਹੈ ਕੋਈ ਮੈਂ ਕਹਿ ਰਿਹਾ, ਇਹ ਜਦ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੇਖਦੇ ਹਾਂ ਜਾ ਕੇ, ਤੇ ਹਰਿਮੰਦਰ ਸਾਹਿਬ ਦੀ, ਉਹਦਾ ਜਿਹੜਾ ਆਰਕੀਟੈਕਟ ਹੈ, ਯਾਨੀ ਕਿ ਜਿਹੜੀ ਉਹਦੀ ਬਣਤਰ ਹੈ, ਉਹ ਬਣਤਰ 'ਚ ਉਹ ਗੱਲ ਸਾਹਮਣੇ ਹੈ। ਉਹ ਇਹ ਹੈ ਕਿ ਅਕਾਲ ਤਖਤ ਸਾਹਿਬ 'ਤੇ ਬੈਠੇ ਜਥੇਦਾਰ ਨੂੰ, ਬੈਠੇ ਗ੍ਰੰਥੀ ਸਿੰਘ ਨੂੰ ਦਰਬਾਰ ਸਾਹਿਬ ਹਰ ਵਕਤ ਨਜ਼ਰ ਆਉਂਦਾ ਹੈ। ਪਰ ਜਿਹੜਾ ਦਰਬਾਰ ਸਾਹਿਬ ਤਾਬੇ ਬੈਠੇ ਨੇ
ਗ੍ਰੰਥੀ ਸਿੰਘ, ਉਹਨਾਂ ਨੂੰ ਅਕਾਲ ਤਖਤ ਨਹੀਂ ਨਜ਼ਰ ਆਉਂਦਾ। ਉਹਦਾ ਕੰਮ ਹੀ ਇਹ ਹੈ ਵੀ ਜਦ ਤੁਸੀਂ ਅਕਾਲ ਤਖਤ ਹੈ ਸੀਟ ਆਫ ਪਾਵਰ, ਜਦ ਤੁਸੀਂ ਸੀਟ ਆਫ ਪਾਵਰ, ਸੀਟ ਆਫ ਨਿਆਂ ਕਰਨ ਦੀ ਪਾਵਰ, ਸੀਟ ਫਲਸਫੇ ਦੀ ਸੀਟ ਨਹੀਂ ਹੈ ਉਹ, ਫਲਸਫੇ ਤਾਂ ਉਹਨੂੰ ਗਾਈਡ ਕਰਦਾ ਹੈ। ਸੋ ਜਦ ਤੱਕ ਤੁਸੀਂ ਸੀਟ ਆਫ ਪਾਵਰ 'ਚ, ਉਦੋਂ ਫਲਸਫੇ ਤੋਂ ਗਾਈਡੈਂਸ ਲੈਣੀ। ਉਹ ਸਾਹਮਣੇ ਚਾਨਣ ਮਨਾਰਾ ਹੈ, ਉੱਥੇ ਨਜ਼ਰ ਰਹਿਣੀ ਚਾਹੀਦੀ ਹੈ। ਪਰ ਜਿਹੜਾ ਚਾਨਣ ਮਨਾਰਾ ਪੈਦਾ ਦੇ ਵਿੱਚ ਬੈਠਾ, ਜਿਹੜਾ ਫਲਸਫੇ ਦਾ ਪ੍ਰਚਾਰ ਕਰਨ ਵਾਲਾ ਹੈ, ਉਹਨੇ ਲਾਲਚ ਨਹੀਂ ਕਰਨਾ ਰਾਜ ਦਾ, ਉਹਦੇ ਭਾਵੇਂ ਰਾਜ ਜੋ ਮਰਜ਼ੀ ਹੋਵੇ। ਹੁਣ ਇਹਨਾਂ ਨੇ ਉਹਨੂੰ ਰਲਗੱਡ ਕਰਤਾ। ਹੁਣ ਤਾਂ ਉੱਥੇ ਕੀਰਤਨੀਏ, ਉੱਥੇ ਜਿਹੜੇ ਪੰਜ ਸਿੰਘ ਸਾਹਿਬਾਨ ਨੇ, ਮਤਲਬ ਉਹ ਗ੍ਰੰਥੀ ਸਿੰਘ ਨੇ, ਉਹਨਾਂ ਦਾ ਸਾਰਿਆਂ ਦਾ ਫੈਸਲਾ ਅਕਾਲੀ ਦਲ ਕਰਦਾ ਹੈ। ਅਕਾਲੀ ਦਲ ਦਾ ਪ੍ਰਧਾਨ ਪ੍ਰੈਕਟੀਕਲੀ, ਉਹ ਵੀ ਦਲ ਤਾਂ ਨਾਮ ਹੀ ਹੈ, SGPC ਨਹੀਂ ਹੋਣਾ। ਆਪਾਂ ਰੋਜ਼ ਹੀ ਦੇਖਦੇ ਹਾਂ SGPC ਜਿਹੜੇ ਪ੍ਰਧਾਨ ਆਏ ਨੇ, ਧਾਮੀ ਸਾਹਿਬ, ਇਹ ਤਾਂ ਅਕਾਲੀ ਦਲ ਦੀ ਬੋਲੀ ਬੋਲਦੇ ਨੇ ਹਰ ਵਕਤ ਹੀ, ਜੋ ਅਕਾਲੀ ਦਲ ਕਹਿ ਦਿੰਦਾ ਉਹ ਕਰੀ ਜਾਂਦੇ ਨੇ। ਸੋ ਇੱਕ ਤਾਂ ਇਹ ਫਰਕ ਪੈ ਗਿਆ ਕਿ ਧਰਮ ਦੇ ਉੱਤੇ ਸਿਆਸਤ ਭਾਰੂ ਹੋ ਗਈ। ਅੱਗੇ ਸਿੱਖੀ ਦੇ ਵਿੱਚ ਸਿਆਸਤ ਦੇ ਉੱਤੇ ਧਰਮ ਭਾਰੂ ਰਹਿੰਦਾ। ਸਿੱਖੀ ਧਰਮ ਨਾਲ ਚੱਲਦੀ ਹੈ। ਧਰਮ ਦਾ ਮਤਲਬ ਇਹ ਨਹੀਂ ਹੈ ਸਿੱਖ ਧਰਮ, ਧਰਮ ਦਾ ਮਤਲਬ ਹੈ ਅਸੂਲਾਂ ਦੇ ਨਾਲ, ਸਿੱਖੀ ਦੀ ਰਹਿਤ ਬਹਿਤ ਨਾਲ, ਸਿੱਖੀ ਫਲਸਫੇ ਨਾਲ। ਉਹ ਭਾਰੂ ਰਹਿਣਾ ਸੀ ਸਿਆਸਤ ਤੇ, ਇਹ ਉਲਟਾ ਹੋ ਗਿਆ। ਸਿਆਸਤ ਫਲਸਫੇ ਤੇ ਜਦ ਭਾਰੂ ਹੋ ਗਈ ਤਾਂ ਫਲਸਫੇ ਨੂੰ ਬਦਲਣਾ ਸ਼ੁਰੂ ਕਰਤਾ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੂੰ ਬਦਲਣਾ ਸ਼ੁਰੂ ਕਰਤਾ, ਇਤਿਹਾਸ ਨੂੰ ਬਦਲਣਾ ਸ਼ੁਰੂ। ਇਹ ਫਰਕ ਹੈ। ਦੂਜਾ ਫਰਕ ਕੀ ਰਿਹਾ? ਦੂਜਾ ਫਰਕ ਇਹ ਰਿਹਾ ਵੀ ਪਹਿਲਾਂ ਜਿਹੜਾ ਅਕਾਲੀ ਦਲ ਸੀ ਉਹ ਲੈਜਿਸਲੇਚਰ ਪਾਰਟੀ ਨੂੰ ਵੀ ਵੱਖਰਾ ਰਹਿੰਦਾ ਸੀ। ਉਹਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ, ਜਿਵੇਂ ਸੰਤ ਲੌਂਗੋਵਾਲ MLA ਬੇਸ਼ੱਕ ਬਣ ਗਏ ਸੀ, ਪਰ ਹੈਗੇ ਪ੍ਰਧਾਨ ਸੀ ਉਹ ਵੱਖਰੇ ਤੌਰ ਤੇ। ਪ੍ਰਧਾਨ ਦੀ ਤਾਕਤ ਇੱਕ ਵੱਖਰੀ ਰਹਿੰਦੀ ਸੀ। ਚਾਹੇ ਜਗਦੇਵ ਸਿੰਘ ਤਲਵੰਡੀ ਸੀਗੇ, ਉਹ ਵੀ ਪ੍ਰਧਾਨ ਰਹੇ। ਚਾਹੇ ਸੰਤ ਫਤਿਹ ਸਿੰਘ ਸੀਗੇ, ਉਹ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ, ਕਿਉਂਕਿ ਸੰਤ ਚੰਨਨ ਸਿੰਘ ਸੀਗੇ ਜਿਹੜੇ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਤੇ ਇਹ ਸੰਤ ਫਤਿਹ ਸਿੰਘ ਸੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੀਗੇ। ਇੱਦਾਂ ਹੀ ਪਹਿਲਾਂ ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ। ਸੋ ਅਕਾਲ ਤਿੰਨ ਸੀਆਂ ਸੰਸਥਾਵਾਂ ਇਹ, ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ, ਇਹ ਤਿੰਨੇ ਵੱਖਰੀ ਵੱਖਰੀ ਹਸਤੀ ਰੱਖਦੇ ਸੀ ਪਹਿਲਾਂ। ਉਹ ਹਸਤੀ ਮਿਟਾਤੀ। ਉਹ ਹਸਤੀ ਮਿਟਾਉਣ ਕਰਕੇ ਉਹ 90 ਤੋਂ ਬਾਅਦ ਜ਼ਿਆਦਾ ਹੀ ਮਿਟ ਗਈ, ਔਰ 99 ਚ ਆ ਕੇ ਤਾਂ ਇਹ ਜਮੇ ਮਿਟਾਤੀ। ਜਿੱਦਾਂ ਬਾਦਲ ਸਾਹਿਬ ਨੇ ਸਰਕਾਰੀ ਰੈਸਟ ਹਾਊਸ 'ਤੇ ਬੈਠ ਕੇ ਬਤੌਰ ਮੁੱਖ ਮੰਤਰੀ ਸਿੱਖ ਜੁਡੀਸ਼ੀਅਲ ਕਮਿਸ਼ਨ ਭੰਗ ਕਰਤਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਤਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹਟਾਤਾ। ਤੇ ਜੇ ਤੁਸੀਂ ਤਿੰਨ ਸੰਸਥਾਵਾਂ ਜਿਹੜੀਆਂ ਇੰਨੀਆਂ ਲੜਾਈਆਂ ਕਰਕੇ, ਇੰਨੀਆਂ ਸ਼ਹੀਦੀਆਂ ਦੇ ਕੇ ਲਈਆਂ ਨੇ ਕਿ ਸਾਡਾ ਆਪਣਾ ਫੈਸਲੇ, ਗੁਰਦੁਆਰਿਆਂ ਦੇ ਝਗੜਿਆਂ ਦਾ ਫੈਸਲਾ ਸਾਡਾ ਸਿੱਖ ਜੁਡੀਸ਼ੀਅਲ ਕਮਿਸ਼ਨ ਕਰੇਗਾ, ਗੁਰਦੁਆਰਿਆਂ ਦਾ ਪ੍ਰਬੰਧ ਸਾਡੀ SGPC ਕਰੇਗੀ, ਸਾਡੀ ਆਪਣੀ ਚੁਣੀ ਹੋਈ ਪਾਰਲੀਮੈਂਟ, ਤੇ ਜਿਹੜਾ ਹੈ ਆਪਣਾ ਸਾਡੇ ਜੇ ਕੋਈ ਝਗੜੇ ਬਣ ਵੀ ਜਾਣ ਤਾਂ ਸਾਡੀ ਸਰਵਉੱਚ ਟੈਂਪੋਰਲ ਸਰਵਉੱਚ ਸੰਸਥਾ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਤੇ ਜਾ ਕੇ ਸਾਡੇ ਆਪੇ ਨਿਬੇੜੇ ਹੋ ਜਾਣੇ ਨੇ, ਸਰਕਾਰ ਉਹ 'ਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਇਹਨਾਂ ਨੇ ਉਲਟਾ ਕਰਤਾ, ਉਹ ਤਾਕਤ ਸਾਰੀ ਖਤਮ ਕਰਤੀ। ਜਦ ਤਾਕਤ ਖਤਮ ਹੋ ਜਾਂਦੀ ਹੈ, ਜਦ ਧਰਤੀ ਨਾਲ ਦਰਖਤ ਜੁੜਿਆ ਰਹਿੰਦਾ ਹੈ, ਉਹਨਾਂ ਚਿਰ ਉਹ ਤਕੜਾ ਰਹਿੰਦਾ, ਚਾਹੇ ਉਂਝ ਕਮਜ਼ੋਰ ਵੀ ਹੋਵੇ। ਪਰ ਜਦ ਧਰਤੀ ਨਾਲੋਂ ਟੁੱਟ ਜਾਂਦਾ ਹੈ, ਉਦੋਂ ਉਹ ਜਿੱਦਾਂ ਮਰਜ਼ੀ ਭਾਰੀ ਹੋਵੇ, ਭਾਰੀ ਭਰਕਮ ਦਰਖਤ ਆ, ਹੁਣ ਸੁਣਿਆ ਨਹੀਂ ਪਿੱਛੇ ਕਿੰਨੇ ਕਿੰਨੇ ਵੀ ਥੱਲੇ ਗਿਰ ਗਏ ਦਰਖਤ ਧਰਤੀ ਦੇ ਉੱਤੇ, ਜਦੋਂ ਜੜ੍ਹਾਂ ਉਹਦੀਆਂ ਖੋਖਲੀਆਂ ਹੋ ਜਾਂਦੀਆਂ ਨੇ, ਉਦੋਂ ਭਾਰੀ ਭਰਕਮ ਵੀ ਆਪਦੇ ਭਾਰ ਨਾਲ ਹੀ ਡਿੱਗ ਪੈਂਦੇ ਨੇ। ਅੱਜ ਦਾ ਹਾਲਤ ਜਿਹੜਾ ਅਕਾਲੀ ਦਲ ਦਾ ਤੁਸੀਂ ਕਹਿੰਦੇ ਹੋ, ਇਹ ਆਪਦੇ ਭਾਰ ਨਾਲ ਥੱਲੇ ਡਿੱਗਣ ਵਾਲਾ ਹੋਇਆ, ਕਿਉਂਕਿ ਆਪਦਾ ਭਾਰ ਤਾਂ ਵਧਾਈ ਗਿਆ, ਜਥੇਬੰਦ ਘਬਾਰਤਾ, ਥੱਲੇ ਤੱਕ ਤਾਕਤ ਨਹੀਂ ਰੱਖੀ। ਇੱਕ ਤਾਂ ਇਹ ਫਰਕ। ਦੂਜਾ ਫਰਕ ਇਹ ਹੈ ਵੀ ਅੱਗੇ ਅਕਾਲੀ ਦਲ ਜਿਹੜਾ ਸੀ ਉਹ ਗੁਰਦੁਆਰਿਆਂ ਦੇ ਉੱਤੇ ਐਂ ਕਬਜ਼ਾ ਨਹੀਂ ਕਰਦਾ ਸੀ ਜਿਵੇਂ ਇਹਨਾਂ ਨੇ ਕਰਿਆ ਹੋਇਆ। ਉਦੋਂ ਗੁਰਦੁਆਰੇ ਸਭ ਦੇ ਸਾਂਝੇ ਸੀ, ਉੱਥੇ ਕੋਈ ਵੀ ਜਾਂਦਾ ਸੀ, ਉੱਥੇ ਕਾਂਗਰਸੀ ਵੀ ਕਾਨਫਰੰਸਾਂ ਕਰਦੇ ਰਹੇ ਨੇ। ਹੁਣ ਇਹਨਾਂ ਨੇ ਉਹਦੇ ਵਿੱਚ ਫਰਕ ਇਹ ਪਾਤਾ ਵੀ ਉੱਥੇ ਇਹਨਾਂ ਦੇ ਗੁਰਦੁਆਰਿਆਂ ਦਾ ਵਰਤ ਕੇ ਸਥਾਨ ਹੋਰ ਕੋਈ ਕਾਨਫਰੰਸਾਂ ਨਹੀਂ ਕਰ ਸਕਦਾ, ਇਹੀ ਕਰਨਗੇ। ਇਹ ਦੂਜਾ ਫਰਕ ਪਾਤਾ। ਇੱਕ ਤੀਜਾ ਫਰਕ ਪਾਤਾ। ਤੀਜਾ ਫਰਕ ਇਹ ਸੀ ਜਿਹੜੇ ਜੋੜ ਮੇਲ ਹੁੰਦੇ ਸੀ ਸ਼ਹੀਦੀ, ਚਾਹੇ ਉਹ ਅਨੰਦਪੁਰ ਸਾਹਿਬ ਤੇ ਹੋਲਾ ਮਹੱਲਾ ਦੇ ਵੇਲੇ ਕਰਦੇ ਸੀ, ਚਾਹੇ ਉਹ ਆਪਣਾ ਫਤਿਹਗੜ੍ਹ ਸਾਹਿਬ ਦਾ ਜੋੜ ਮੇਲ ਸੀ, ਚਾਹੇ ਉਹ 40 ਮੁਕਤਿਆਂ ਦੀ ਗੱਲ ਦੇ ਵਿੱਚ ਮੁਕਤਸਰ ਸਾਹਿਬ ਦਾ ਸੀ, ਚਾਹੇ ਉਹ ਆਪਾਂ ਤਲਵੰਡੀ ਸਾਬੋ ਦਾ ਹੁੰਦਾ ਸੀ, ਇਹ ਜਿਹੜੇ ਸਾਰੇ ਸੀ, ਚਾਹੇ ਗੰਗਸਰ ਗੁਰਦੁਆਰਾ ਜੈਤੋ ਦਾ ਹੁੰਦਾ ਸੀ, ਉਹਨਾਂ ਸਾਰਿਆਂ ਜੋੜ ਮੇਲ ਦੇ ਵਿੱਚ ਸਿੱਖ ਇਤਿਹਾਸ, ਸਿੱਖ ਵੀਰਤਾ, ਸਿੱਖਾਂ ਦੀਆਂ ਵਾਰਾਂ ਢਾਡੀ ਜੱਥੇ ਗਾਉਂਦੇ ਸੀਗੇ। ਉੱਥੇ ਕਿਸੇ ਨਾਲ ਵਿਤਕਰਾ ਨਹੀਂ ਕਰਿਆ ਜਾਂਦਾ ਸੀ ਵੀ ਇਹ ਢਾਡੀ ਜੱਥਾ ਕਿਹਦਾ ਹੈ, ਉੱਥੇ ਹਰੇਕ ਗਾ ਸਕਦਾ ਸੀ। ਉੱਥੇ ਸਾਰੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਕਰਕੇ ਇਹ ਗੀਤ, ਇਹ ਜਿਹੜੀ ਸੀਗੇ ਵਾਰਾਂ ਗਾ ਸਕਦੇ ਸੀ। ਪਰ ਇਹਨਾਂ ਨੇ ਇੱਕ ਤਾਂ ਪਹਿਲਾਂ ਤਾਂ ਬੰਦ ਕਰਿਆ ਬਾਕੀਆਂ ਨੂੰ,
ਫਿਰ ਹੁਣ ਆਪ ਵੀ ਬੰਦ ਕਰਤਾ, ਕਹਿੰਦੇ ਇੱਥੇ ਜੀ ਕਾਨਫਰੰਸ 'ਚ ਆਪਾਂ ਕੁਛ ਨਹੀਂ ਕਰਨਾ, ਕੋਈ ਸਿਆਸੀ ਭਾਸ਼ਣ ਨਹੀਂ। ਉਹਨੂੰ ਪੁੱਛੋ ਜੇ ਤੁਸੀਂ ਸਿੱਖ ਇਤਿਹਾਸ ਨਹੀਂ ਸੁਣਾਉਣਾ, ਜੇ ਤੁਸੀਂ ਦੱਸਣਾ ਨਹੀਂ ਵੀ 6 ਤੇ 9 ਸਾਲ ਦੇ ਬੱਚੇ ਬਾਲ ਜਿਹੜੇ ਸੀ ਹੈਂ, ਤੇ ਉਹ ਬਾਬੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਕਿਵੇਂ ਚਮਕੌਰ ਸਾਹਿਬ ਦੇ, ਜੇ ਤੁਸੀਂ ਮੇਲੇ ਤੇ ਦੱਸਣਾ ਨਹੀਂ ਚਮਕੌਰ ਦੀ ਗੜੀ ਦਾ ਕੀ ਇਤਿਹਾਸ ਹੈ, ਜੇ ਤੁਸੀਂ ਮਾਛੀਵਾੜੇ ਦੇ ਵਿੱਚ ਮਾਛੀਵਾੜੇ ਦਾ ਇਤਿਹਾਸ ਨਹੀਂ ਦੱਸਣਾ ਕਿ ਕਿਵੇਂ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਪੈ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਦਾਂ ਦਾ ਕਹਿਣਾ, ਤੁਧਵੇਂ ਲੋਕ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਨ 70 ਚੰਗੇਰਾ, ਪੱਠ ਖੇੜਿਆਂ ਦਾ ਰਹਿਣਾ। ਇਹ ਕਿਤੇ ਕਹਿੰਦੇ ਨੇ ਹੁਣ ਪੱਠ ਖੇੜਿਆਂ ਦਾ ਰਹਿਣਾ, ਕਿਉਂਕਿ ਕਹਿਣਾ ਨਹੀਂ ਚਾਹੁੰਦੇ ਪੱਠ ਖੇੜਿਆਂ ਦਾ ਰਹਿਣਾ ਤਾਂ ਖੇੜਿਆਂ ਚਾਹੁੰਦੇ ਨੇ, ਤਾਂ ਹੀ ਤਾਂ ਸੁੱਖ ਵਿਲਾਸ ਬਣਾਇਆ। ਸੋ ਜੇ ਇਹ ਜਿਹੇ ਵਿੱਦੇ ਬਣਾਉਣੇ ਨੇ, ਫਿਰ ਤੁਸੀਂ ਚਮਕੌਰ ਦੀ ਗੜੀ 'ਚ ਤਾਂ ਨਹੀਂ ਰਹਿ ਸਕਦੇ, ਤੁਸੀਂ ਮਾਛੀਵਾੜੇ ਦੇ ਜੰਗਲਾਂ 'ਚ ਤਾਂ ਨਹੀਂ ਰਹਿ ਸਕਦੇ, ਤੁਸੀਂ ਖਿਦਰਾਣੇ ਦੀ ਢਾਬ 'ਤੇ ਤਾਂ ਜਾ ਕੇ ਲੜਾਈ ਨਹੀਂ ਕਰ ਸਕਦੇ ਵੀ ਕਛਹਿਰੇ ਪਾ ਕੇ ਦਿਖਾਤਾ, ਉਹਨਾਂ ਨੂੰ ਲੱਗਿਆ ਵੀ ਫੌਜੀ ਬੜੀ ਵੱਡੀ ਹੈ। ਤੁਸੀਂ 6 ਤੇ 9 ਸਾਲ ਦੀ ਉਮਰ ਦੇ ਵਿੱਚ ਤੁਸੀਂ ਠੰਡੇ ਬੁਰਜ 'ਚ ਬੈਠ ਕੇ ਮਾਤਾ ਦੇ ਨਾਲ, ਦਾਦੀ ਦੇ ਨਾਲ, ਫਿਰ ਤੁਸੀਂ ਅਣਖ ਨਾਲ ਸਿਰ ਉੱਚਾ ਤਾਂ ਨਹੀਂ ਕਰ ਸਕਦੇ, ਐਡੀ ਵੱਡੀ ਸਲਤਨਤ ਦੇ ਨਾਲ ਮੱਥਾ ਤਾਂ ਨਹੀਂ ਲੈ ਸਕਦੇ, ਫਿਰ ਤੁਸੀਂ ਉੱਥੋਂ ਬਰਾਗੀ ਤੋਂ ਬਣ ਕੇ ਸਿੰਘ ਬੰਦਾ ਬਣ ਕੇ ਗੁਰੂ ਦਾ ਆਉਂਦੇ ਹੋ, ਤੇ ਖੜਕਾ ਦਾ ਖੰਡਾ ਉਹ ਸੋਨੀਪਤ ਤੋਂ ਲੈ ਕੇ ਇੱਧਰ ਉੱਤੇ ਤੱਕ, ਤੇ ਇਹ ਕਿਵੇਂ ਖੜਕਾਇਆ ਸੀ? ਉਹ ਸ਼ਹੀਦੀ ਨੇ ਖੜਕਾਇਆ ਸੀ ਜਿਹਦੇ 'ਚ ਬੰਦਾ ਸਿੰਘ ਬਹਾਦਰ ਦੀ, ਉਹਦੀ 100-200 ਸਿੰਘਾਂ ਦੀ, 500 ਸਿੰਘਾਂ ਦੀ, ਉਹਦੇ ਆਪਣੇ ਬੱਚੇ ਦੀ ਸ਼ਹੀਦੀ ਹੋਈ ਸੀ, ਉਹ ਉਸਨੇ ਖੰਡਾ ਖੜਕਾਇਆ ਸੀ। ਸੋ ਉਹ ਤਾਂ ਇਹ ਕਿਹਾ ਹੀ ਨਹੀਂ ਹੈ ਕਿ ਇਹ ਤਾਂ ਜਦ ਇੱਥੇ ਲੜਾਈ ਉਦੋਂ ਚੱਲ ਰਹੀ ਸੀ 84, ਉਦੋਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦਾ ਬਾਹਰ ਪੜ੍ਹਾਈ ਕਰ ਰਹੇ ਸੀ। ਸੋ ਇਹ ਤਾਂ ਤਾਕਤ ਦੇ ਉੱਤੇ ਬੈਠਣ ਵਾਲੇ ਨੇ, ਇਹ ਤਾਕਤ ਦੇ ਨਾਲ ਤਾਕਤ ਲੈਣ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਨੇ, ਇਹ ਫਰਕ ਹੈ ਜੀ। ਇੱਕ ਮੇਰਾ ਹੋਰ ਸਵਾਲ ਹੈ ਜੀ। 1970 ਤੋਂ ਬਾਅਦ ਸਿੱਖ ਪੋਲਿਟਿਕਸ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦਾ ਛਾਇਆ ਵੱਡੇ ਪੱਧਰ ਦੇ ਉੱਤੇ ਮਜ਼ਬੂਤੀ ਦੇ ਨਾਲ ਉੱਭਰਦਾ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਜੋ ਸਿਆਸਤ ਹੈ, ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਇਸ ਸਿਆਸਤ ਦੇ ਵਿੱਚ, ਪਿਓ ਪੁੱਤ ਦੀ ਰਾਜਨੀਤੀ ਦੇ ਵਿੱਚ? ਮੈਂ ਪਹਿਲਾਂ ਤਾਂ ਮੈਂ ਅਜੇ ਇੱਕ ਮੇਰਾ ਇਹ ਪਾਰਟ ਫਰਕ ਵਾਲਾ ਰਹਿ ਗਿਆ ਸੀ ਵੈਸੇ ਹੀ, ਕਿ ਪਹਿਲਾਂ ਸਿੱਖ ਜਿਹੜਾ ਅਕਾਲੀ ਦਲ ਸੀ ਉਹ ਤੇ ਕਦੇ ਵੀ ਕਿਸੇ ਪਰਿਵਾਰ ਦਾ ਕਬਜ਼ਾ ਨਹੀਂ ਹੋਇਆ ਸੀ, ਤੇ ਬਾਦਲ ਸਾਹਿਬ ਦਾ ਵੀ ਕਬਜ਼ਾ ਨਹੀਂ ਹੋਇਆ ਸੀ 78-79 ਤੱਕ। ਜਗਦੇਵ ਸਿੰਘ ਤਲਵੰਡੀ ਜਥੇਦਾਰ ਤਕੜਾ ਡਟ ਕੇ ਰਹਿੰਦਾ ਸੀ। ਹੋਰ ਜਥੇ ਜਿਹੜੇ ਇਹਨਾਂ ਦੇ ਵਜ਼ੀਰ ਵੀ ਸੀਗੇ, ਜਸਵਿੰਦਰ ਸਿੰਘ ਹੁੰਦੇ ਸੀ, ਬੜੇ ਵਜ਼ੀਰ ਰਹੇ ਨੇ, ਇਹਨਾਂ ਦੇ ਤਕੜੇ ਵਜ਼ੀਰ ਰਹੇ ਨੇ, ਸੁਖਜਿੰਦਰ ਸਿੰਘ ਸੀਗੇ, ਇਹ ਬਾਬੂ ਆਤਮਾ ਰਾਮ, ਬਾਬੂ ਕਹਿੰਦੇ ਹੁੰਦੇ ਉਹਨਾਂ ਨੂੰ, ਕੋਈ ਸਟੈਨੋ ਰਹੇ ਸੀ ਵੀਡੀਓ ਦੇ, ਆਤਮਾ ਸਿੰਘ ਜੀ, ਸੌਰੀ ਰਾਮ ਕਹਿ ਗਿਆ ਮੈਂ, ਬਾਬੂ ਆਤਮਾ ਸਿੰਘ ਕਹਿੰਦੇ ਹੁੰਦੇ, ਆਤਮਾ ਸਿੰਘ ਉਹਨਾਂ ਦੀ ਬੇਟੀ ਇਹ ਰਹੀ ਹੈ, ਹੁਣ ਆਪਾਂ ਨੂੰ ਪਤਾ ਹੀ ਹੈ, ਤੇ ਸਿੱਖਿਆ ਮੰਤਰੀ ਰਹੀ ਹੈ। ਸੋ ਉਹ ਵੱਡੇ ਤਕੜੇ ਲੀਡਰ ਸੀਗੇ, ਜਿਨ੍ਹਾਂ ਦਾ ਕੱਦ ਬਹੁਤ ਉੱਚਾ ਸੀ, ਤੇ ਜਿਹੜੇ ਇਹਨਾਂ ਦੇ ਵਿੱਤ ਮੰਤਰੀ ਹਮੇਸ਼ਾ ਰਹਿੰਦੇ ਸੀਗੇ, ਉਹਨਾਂ ਨੂੰ ਇੱਥੇ ਮਾਰਤਾ ਸੀਗਾ 27 ਦੀਆਂ ਲਾਈਟਾਂ ਤੇ ਚੰਡੀਗੜ੍ਹ 'ਚ, ਉਦੋਂ ਕਾਲੇ ਦੌਰ ਦੇ ਵੇਲੇ। ਇਹ ਇਹਨਾਂ ਦੇ ਤਕੜੇ ਸਟਾਲਵਰਟ ਉਹ ਸੀਗੇ ਜਿਨ੍ਹਾਂ ਦੇ ਸਾਹਮਣੇ ਛੇਤੀ ਇਹ ਨਹੀਂ, ਬਾਦਲ ਪਰਿਵਾਰ ਨਹੀਂ ਅੱਗੇ ਆ ਸਕਦਾ ਸੀ। ਸੰਤ ਲੌਂਗੋਵਾਲ ਨੇ ਜਿਹੜਾ 75 ਦੇ ਵਿੱਚ ਮੋਰਚਾ ਲੱਗਿਆ, ਉਹ ਸੰਤ ਲੌਂਗੋਵਾਲ ਨੇ ਲੀਡ ਕਰਿਆ ਸੀ ਉਸਨੂੰ, ਉਹ ਡਿਕਟੇਟਰ ਸੀ ਮੋਰਚੇ ਦੇ, ਜਿਹੜਾ ਐਮਰਜੈਂਸੀ ਦੇ ਖਿਲਾਫ ਰਿਹਾ। ਹਾਂ, ਇਹ ਜ਼ਰੂਰ ਗੱਲ ਠੀਕ ਹੈ ਤੁਹਾਡੀ ਵੀ ਬਾਦਲ ਸਾਹਿਬ ਜਿੰਨਾ ਚਿਰ ਆਪਦੇ ਕਬਜ਼ੇ 'ਚ ਨਹੀਂ ਆ ਗਈ ਚੀਫ ਮਿਨਿਸਟਰੀ, ਉਹਨਾਂ ਚਿਰ ਬਾਦਲ ਸਾਹਿਬ ਨੇ ਇੱਥੇ ਚੈਨ ਨਾਲ ਸਰਕਾਰ ਨਹੀਂ ਰਹਿਣ ਦਿੱਤੀ। ਜਦ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣੀ, ਉਹਨਾਂ ਨੇ ਤੜਵਾਤੀ, ਫਿਰ ਦੁਬਾਰਾ ਬਣੀ, ਫਿਰ ਤੜਵਾਤੀ, ਫਿਰ ਟੁੱਟੀ ਸਰਕਾਰ ਜਦ ਇਸ ਦੀ ਆਪਣਾ ਉਹਨਾਂ ਨੇ ਬਣਾ ਲਈ, ਗਿੱਲ ਸਾਹਿਬ ਸੀ ਕੀ ਸੀ, ਉਹ ਸਰਕਾਰ ਬਣਨ ਤੋਂ ਕਾਂਗਰਸ ਦੀ ਹਿੰਮਤ ਉਸ ਨਾਲ ਬਣ ਗਈ, ਲਛਮਣ ਸਿੰਘ ਗਿੱਲ ਦੀ ਸਰਕਾਰ, ਤੇ ਉਹ ਥੋੜ੍ਹੀ ਦੇਰ ਚੱਲੀ, ਉਸ ਤੋਂ ਬਾਅਦ ਬਾਦਲ ਸਾਹਿਬ ਬਣ ਗਏ ਮੁੱਖ ਮੰਤਰੀ। ਫਿਰ ਸਰਕਾਰ ਕਦੀ ਨਹੀਂ ਟੁੱਟੀ, ਫਿਰ ਸਰਕਾਰ ਵੈਸੇ ਹੀ ਟੁੱਟੀ ਹੈ। ਜੇ ਬਰਨਾਲਾ ਸਾਹਿਬ ਦੀ ਸਰਕਾਰ ਸੀ, ਇਹਨਾਂ ਨੇ ਤੁੜਵਾਤੀ, ਉਦੋਂ ਬਾਈਕਾਟ ਕਰ, ਇਹ ਕਰ, ਇਹ ਬਾਦਲ ਸਾਹਿਬ ਸਰਕਾਰ ਨੂੰ ਤਾਂ ਆਪਦੇ ਕਬਜ਼ੇ 'ਚ ਰੱਖ। ਦੂਜਾ ਜਿਹੜਾ ਇਹਨਾਂ ਦੇ ਸਾਹਮਣੇ ਬੋਲਦਾ ਸੀ, ਕਹਿੰਦੇ ਜੋ ਅੜੇ ਸੋ ਝੜੇ, ਇਹਨਾਂ ਨੇ ਜੋ ਅੜੇ ਸੋ ਝੜੇ ਦੁਸ਼ਮਣ ਦੇ ਨਾਲ ਲਾਉਣ ਦੀ ਬਜਾਏ ਘਰਦਿਆਂ ਨਾਲ ਲਾਉਣੀ ਸ਼ੁਰੂ ਕਰਤੀ, ਵੀ ਜਿਹੜਾ ਮੇਰੇ ਨਾਲ ਸਾਡੀ ਪਾਰਟੀ ਦਾ ਉਹਨੂੰ ਝਾੜਨਾ। ਇਹ ਨਹੀਂ ਹੈ ਕਿ ਜਿਹੜੇ ਪੰਜਾਬ ਨੂੰ ਨੁਕਸਾਨ ਕਰਦੇ ਨੇ, ਸਿੱਖੀ ਨੂੰ ਨੁਕਸਾਨ ਕਰਦੇ ਨੇ, ਕੇਂਦਰ ਬੈਠਾ, ਉਹਨੂੰ ਝਾੜਨ ਦੀ ਗੱਲ ਦੀ ਬਜਾਏ ਇਹਨੇ ਅੜੇ ਸੋ ਝੜਿਆ ਦੀ ਜਿਹੜੀ ਗੱਲ ਹੈ, ਉਹ ਹੈ ਤਾਂ ਸਾਡਾ ਬੋਲਦਾ ਹੀ ਸਿੱਖਾਂ ਦਾ, ਉਹ ਇਹਨੇ ਆਪਦੇ ਅਕਾਲੀ ਦਲ ਤੇ ਲਾਤਾ ਵੀ ਆ ਜਾ। ਫਿਰ ਉਹਦੇ ਵਿੱਚ ਇਹਨੇ ਪਹਿਲਾਂ ਜਗਦੇਵ ਸਿੰਘ ਤਲਵੰਡੀ ਨੂੰ ਜ਼ੀਰੋ ਕਰਿਆ, ਫਿਰ ਇਸਨੇ ਟੌੜਾ ਸਾਹਿਬ ਨੂੰ ਜ਼ੀਰੋ ਕਰਿਆ, ਫਿਰ ਆਪਾਂ ਜੀ ਦੇਖ ਲਈਏ ਅੱਗੇ ਜਾ ਕੇ
ਇਹ ਢੀਂਡਸਾ ਸਾਹਿਬ ਨੇ ਉਹਨਾਂ ਨੂੰ ਜ਼ੀਰੋ ਕਰਿਆ। ਭੁੰਦਰ ਸਾਹਿਬ ਇਹਨਾਂ ਦੇ ਨਾਲ ਹੀ ਵੀ ਜੋ ਕਹੋਗੇ ਜੀ ਜਨਾਬ ਠੀਕ ਹੈ, ਉਹੀ ਕੁਛ ਕਰਦੇ ਰਹੇ ਨੇ। ਆ ਪ੍ਰੇਮ ਚੰਦੂ ਮਾਜਰੇ ਹੋਣੀ ਜਾਂ ਉਹ ਗਰੇਵਾਲ ਸਾਹਿਬ ਲੁਧਿਆਣੇ ਵਾਲੇ, ਇਹ ਸਾਰੇ ਫਿਰ ਟੌਹੜਾ ਸਾਹਿਬ ਨਾਲ ਸੀਗੇ ਪਹਿਲਾਂ। ਟੌਹੜਾ ਸਾਹਿਬ ਤੋਂ ਬਾਅਦ ਫਿਰ ਇਹ ਇੱਧਰ ਹੀ ਆ ਗਏ, ਇਹਨਾਂ ਨਾਲ ਹੀ ਇੱਕ ਮਿੱਕੀ ਹੋ ਗਏ ਸੀ। ਹੁਣ ਫਿਰ ਥੋੜ੍ਹੀਆਂ ਬਹੁਤੀਆਂ ਅੱਖਾਂ ਉੱਖਾਂ ਦਿਖਾ ਰਹੇ ਨੇ। ਸੋ ਇਹ ਫਰਕ ਇਹ ਦੋਹਾਂ 'ਚ ਇਹ ਹੈ। ਜਿਹੜਾ ਤੁਹਾਡਾ ਸਵਾਲ ਉਹਦਾ ਫਰਕ ਦਾ ਜਵਾਬ ਇਹ ਹੈ, ਬਾਦਲ ਸਾਹਿਬ ਲੋਕਾਂ ਦੀ ਨਬਜ਼ ਪਛਾਣਦੇ ਸੀ। ਬਾਦਲ ਸਾਹਿਬ ਕਿਤੇ ਨਾ ਕਿਤੇ ਹਿੱਤ ਦੀ ਵੀ ਗੱਲ ਪੰਜਾਬ ਦੇ ਦੀ ਕਰ ਜਾਂਦੇ ਸੀ। ਤਿੱਖੇ ਪੋਲੀਟੀਸ਼ੀਅਨ ਸੀ। ਸੁਖਵੀਰ ਤਿੱਖਾ ਪੋਲੀਟੀਸ਼ੀਅਨ ਨਹੀਂ, ਸੁਖਵੀਰ ਪਰਿਵਾਰਕ ਪੋਲੀਟੀਸ਼ੀਅਨ ਹੈ। ਬਾਦਲ ਸਾਹਿਬ ਪੋਲੀਟੀਸ਼ੀਅਨ ਸਭ ਤੋਂ ਪਹਿਲੀ ਚੋਣ ਬਾਦਲ ਸਾਹਿਬ ਨੇ ਕਾਂਗਰਸ ਦੇ ਟਿਕਟ ਤੇ ਲੜੀ ਸੀ। ਬਾਦਲ ਸਾਹਿਬ ਖਿੜੇ ਹੋਏ ਪੋਲੀਟੀਸ਼ੀਅਨ ਸੀ। ਇਹ ਘਰੇਲੂ ਪਰਿਵਾਰ ਚੋਂ ਪਾਲਿਆ ਹੋਇਆ ਕਾਕਾ ਹੈ। ਸੁਖਵੀਰ ਬਾਦਲ ਤਾਂ ਕਾਕਾ ਜੀ ਨੇ, ਸੁਖਵੀਰ ਬਾਦਲ ਪੋਲੀਟੀਸ਼ੀਅਨ ਨਹੀਂ ਹੈਗੇ। ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਕਿਵੇਂ ਡੀਲ ਕਰਨਾ। ਉਹ ਕੋਈ ਜਨਤਾ ਨੂੰ ਕਿਵੇਂ ਡੀਲ ਕਰਨਾ ਉਹ ਨਹੀਂ ਕਰ ਸਕਦੇ, ਆਪਦੇ ਕੈਡਰ ਨੂੰ ਕਿਵੇਂ ਕਰਨਾ ਉਹ ਨਹੀਂ ਕਰ ਸਕਦੇ। ਐਰੋਗੈਂਸ ਬਹੁਤ ਜ਼ਿਆਦਾ ਹੈ। ਦੂਜੀ ਗੱਲ, ਬਾਦਲ ਸਾਹਿਬ ਦੇ ਹਿੱਤ ਤਾਂ ਸੀਗੇ ਆਪਦੇ ਬੇਟੇ ਨੂੰ, ਕਰਮੇਟੇ ਨੂੰ, ਜਵਾਈ ਨੂੰ ਅੱਗੇ ਰੱਖਣਾ, ਪਰ ਬਾਦਲ ਸਾਹਿਬ ਦੇ ਹਿੱਤਾਂ ਦੇ ਵਿੱਚ ਆਪਦੇ ਵਪਾਰਕ ਹਿੱਤਾਂ ਦੇ ਨਾਲ ਉਹਨਾਂ ਦੇ ਹਿੱਤ ਇਹ ਵੀ ਸੀਗੇ ਕਿ ਮਾੜਾ ਮੋਟਾ ਪੰਜਾਬ ਦਾ ਕੁਝ ਹੁੰਦਾ ਰਹੇ। ਇਹਨਾਂ ਨੇ ਉਹ ਜਮੀ ਖਤਮ ਕਰਤਾ। ਇਹਨਾਂ ਤੋਂ ਕੁਛ ਰਿਹਾ ਹੀ ਨਹੀਂ ਵੀ ਠੀਕ ਆ ਚੱਲਣ ਦੋ, ਪੰਜਾਬ ਜਿੱਦਾਂ ਮਰਜ਼ੀ ਜਾਵੇ, ਆਪਾਂ ਆਪਣਾ ਵੱਡਾ ਵਪਾਰ ਵਧਾਈਏ। ਸੋ ਇਹ ਦੋ ਗੱਲਾਂ ਦਾ ਵੱਡਾ ਫਰਕ ਹੈ ਕਿ ਇੱਕ ਤਾਂ ਲੋਕਾਂ ਨੂੰ ਰੁੱਸੇ ਹੋਇਆ ਨੂੰ ਕਿਵੇਂ। ਤੁਸੀਂ ਬਾਦਲ ਸਾਹਿਬ ਦਾ ਫਰਕ ਦੇਖੋ, ਜਦ ਇਹ ਕੈਪਟਨ ਕਮਲਜੀਤ ਸਿੰਘ ਦੀ ਡੈਥ ਹੋ ਗਈ ਐਕਸੀਡੈਂਟ 'ਚ, 100 ਗੱਲਾਂ ਕਹਿੰਦੇ ਨੇ ਲੋਕ ਉਹਦੇ ਬਾਰੇ ਵੀ ਐਕਸੀਡੈਂਟ ਹੋਇਆ ਜਾਂ ਕਰਾਇਆ ਗਿਆ। ਮੈਂ ਉਸ 'ਚ ਨਹੀਂ ਜਾਵਾਂਗਾ ਕਿਉਂਕਿ ਉੱਥੇ ਟਰਾਲੇ ਕਿਵੇਂ ਖੜੇ ਰਹੇ, ਕਿਵੇਂ ਪਤਾ ਲੱਗਾ, ਬਹੁਤ ਕਹਾਣੀਆਂ ਨੇ। ਪਰ ਉਹਦੇ ਬੇਟੇ ਨੇ ਬਗਾਵਤ ਕਰਤੀ। ਬਾਦਲ ਸਾਹਿਬ ਨੇ ਉਹਦੇ ਭੋਗ ਤੇ ਵੀ ਕਿਹਾ ਵੀ ਨਹੀਂ ਕਾਕਾ ਜੀ ਕੋਈ ਨਹੀਂ, ਬਥੇਰਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰੀ, ਉਹ ਨਹੀਂ ਮੰਨਿਆ। ਫਿਰ ਜਦ ਉਹਨੂੰ ਐਨ ਧੂੜ ਚਟਾਤੀ, ਫਿਰ ਉਹ ਵਾਪਸ ਆਇਆ ਹਾੜੇ ਕੱਢ ਕੇ। ਉਦੋਂ ਮੁੜ ਕੇ ਉਹਨੂੰ ਜਮਾਂ ਹੀ ਮਿੱਟੀ 'ਚ ਮਿਲਾਤਾ। ਅੱਜ ਕਿਤੇ ਨਾਮ ਹੈ ਉਹਦਾ। ਬਾਦਲ ਸਾਹਿਬ ਦਾ ਤੌਰ ਤਰੀਕਾ ਕਿਸੇ ਬੰਦੇ ਨੂੰ ਖਤਮ ਕਰਨ ਦਾ ਹੋਰ ਸੀ। ਉਹਨੂੰ ਪੜੋਸ ਕੇ, ਉਹਨੂੰ ਬੁੱਕਲ 'ਚ ਲੈ ਕੇ ਖਤਮ ਕਰ ਸਕਦੇ ਸੀ। ਇਹਨੂੰ ਤੇ ਇਹ ਵੀ ਨਹੀਂ ਆਉਂਦਾ। ਦੂਜੀ ਗੱਲ, ਬਾਦਲ ਸਾਹਿਬ ਫਿਰ ਵੀ ਕੋਈ ਨਾ ਕੋਈ ਗੱਲ ਕਾਮਨ ਮੈਨ ਦੀ ਵੀ ਕਰਦੇ ਸੀ। ਇਹ ਅਕਾਲੀ ਸਿਆਸਤੀ ਸੀ। ਮੈਂ ਕੋਈ ਐ ਨਹੀਂ ਵੀ ਮੈਂ ਕੋਈ ਅਕਾਲੀ ਸਿਆਸਤ ਦਾ ਬਹੁਤ ਉਪਾਸਕ ਹਾਂ। ਜਿਹਨੇ ਪੰਜਾਬ 'ਚ ਹੈਲਥ 'ਤੇ ਜਿਹੜਾ ਹੈ ਐਜੂਕੇਸ਼ਨ ਦਾ ਇਨਫਰਾਸਟਰਕਚਰ ਸਭ ਤੋਂ ਵੱਡਾ ਬਣਾਇਆ ਸੀ। ਹੋਰ ਕਿਸੇ ਮੁਲਕ 'ਚ ਉਹਦਾ ਮੁਕਾਬਲਾ ਨਹੀਂ ਸੀ। ਅਕਾਲੀ ਦਲ ਦੇ ਵਿੱਚ ਨੁਕਸਾਨ ਵੱਡਾ ਇਹ ਹੋਇਆ ਬਾਦਲ ਸਾਹਿਬ ਦੀ ਤੇਜ਼ ਦੀ ਸਿਆਸਤ ਦਾ। ਬਾਦਲ ਸਾਹਿਬ ਵੀ ਪਰਿਵਾਰਕ ਸਿਆਸਤ ਕਰਦੇ ਸੀ, ਪਰ ਬਾਕੀਆਂ ਨੂੰ ਵੀ ਉਹ ਨਾਲ ਰੱਖਦੇ ਸੀ। ਇਹਨਾਂ ਨੇ ਉਹਨਾਂ ਨੂੰ ਜਮਾਂ ਹੀ ਨਾਲ ਛੱਡਤਾ। ਹਾਲਾਂਕਿ ਬ੍ਰਹਮਪੁਰਾ ਹੋਰਾਂ ਨੂੰ ਬਾਦਲ ਸਾਹਿਬ ਨੇ ਬੜਾ ਛਾਂਗਿਆ ਸੀ। ਵੱਡੇ ਵੱਡੇ ਸਟਾਲਵਰਟ ਇੱਥੇ ਬੈਠੇ ਸੀ। ਉਹ ਸੇਖਵਾਂ ਸਾਹਿਬ, ਉਜਾਗਰ ਸਿੰਘ ਸੇਖਵਾਂ, ਮੈਂ ਸਟੇਜਾਂ ਸਾਂਝੀਆਂ ਕਰੀਆਂ ਨੇ ਉਜਾਗਰ ਸਿੰਘ ਸੇਖਵਾਂ ਜੀ ਨਾਲ। ਤੇ ਜਿਹੜੀ ਤੁਹਾਡੀ ਪੀੜ੍ਹੀ ਆ ਉਹ ਤਾਂ ਜਿਹੜੀ ਹੁਣ ਤੇ ਚਲੋ ਡੈਥ ਹੋ ਗਈ ਹੈ, ਉਹਨਾਂ ਨੂੰ ਹੀ ਜਾਣਦੇ ਨੇ ਸੇਖਵਾਂ ਸਾਹਿਬ ਨੂੰ। ਮੈਂ ਤਾਂ ਉਹ ਜਿਹੜੇ ਉਹਨਾਂ ਦੇ ਪਿਤਾ ਜੀ ਉਜਾਗਰ ਚਮਾਠਾ ਐਡਾ ਵੱਡਾ 6.5 ਫੁੱਟ ਦਾ ਲੰਬਾ ਜਵਾਨ ਤਾਂ ਸਰੀਰ ਉਹਨਾਂ ਦਾ, ਤੇ ਉਹਨਾਂ ਨਾਲ ਮੈਂ ਸਟੇਜਾਂ ਸਾਂਝੀਆਂ ਕਰਨੀਆਂ ਸੀ ਸ਼੍ਰੀ ਉਜਾਗਰ ਸਿੰਘ ਸੇਖਵਾਂ ਜੀ ਨਾਲ। ਬੜੇ ਸਿੱਧੇ ਸਾਦੇ ਬੰਦੇ ਸੀ। ਜਗੀਰ ਸਿੰਘ ਕੌਲ ਹੈ ਆਪਣਾ, ਉੱਥੇ ਕੀ ਨਾਮ ਸੀ ਇੱਥੇ ਦਾ, ਮੇਰੇ ਤੋਂ ਦਿਮਾਗ 'ਚੋਂ ਨਿਕਲ ਗਿਆ। ਤੇ ਇਹਨਾਂ ਦੇ ਬੜੇ ਤਕੜੇ ਤਕੜੇ ਲੀਡਰ ਸੀਗੇ, ਅੱਛੇ ਲੀਡਰ ਸੀਗੇ, ਜਿਹੜੇ ਡਟ ਕੇ ਗੱਲ ਕਰਦੇ ਸੀ। ਤੇ ਬਾਦਲ ਸਾਹਿਬ ਉਹਨਾਂ ਨੂੰ ਖਤਮ ਨਹੀਂ ਕਰ ਪਾਏ ਸੀਗੇ, ਖਤਮ ਕਰਨਾ ਚਾਹੁੰਦੇ ਸੀ। ਇਹਨੇ ਪਿਓਰਲੀ ਸਾਰਿਆਂ ਨੂੰ ਛੱਡ, ਕੋਈ ਹੋਵੇ ਨਾ ਹੋਵੇ, ਇਹਨੇ ਬੌਦਰੀ ਨਹੀਂ ਕਰਿਆ। ਇਹਨੇ ਜਥੇਬੰਦਕ ਢਾਂਚੇ ਦੇ ਉੱਤੇ ਜ਼ੋਰ ਹੀ ਨਹੀਂ ਲਾਇਆ। ਮਾੜਾ ਮੋਟਾ ਜਿਹੜਾ ਜ਼ਰੂਰੀ ਹੁੰਦਾ, ਜਿਹਨੂੰ ਰੱਖਣਾ ਚਾਹੀਦਾ ਸੀ, ਉਹ ਇਹਨਾਂ ਨੇ ਤਹਿਸ ਨਹਿਸ ਕਰਤਾ ਜਿੱਦਾਂ ਦਾ ਸੁਖਬੀਰ ਸਿੰਘ ਬਾਦਲ ਆਇਆ। ਤੇ ਇਹ ਹੋਇਆ ਕਿਵੇਂ? ਇਹਦੇ ਆਲੇ ਦੁਆਲੇ ਹੋ ਗਏ ਚਮਚੇ ਇਕੱਠੇ, ਉਹ ਆਪਦਾ ਫਾਇਦਾ ਲੈਣ ਵਾਲੇ ਹੁੰਦੇ ਨੇ। ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਵੱਡੇ ਬਾਦਲ ਨੂੰ ਨਹੀਂ ਮੈਨੇਜਮੈਂਟ ਕਰਨੀ ਹੁੰਦੀ ਸੀ, ਚੋਣਾਂ ਤਾਂ ਮੈਨੇਜਮੈਂਟ ਫੰਡਾ ਹੈ, PKCK ਵਾਲਾ ਫੰਡਾ ਹੈ, ਲੋਕਾਂ ਨੂੰ ਬੇਵਕੂਫ ਬਣਾਓ ਤੇ ਚੋਣਾਂ ਜਿੱਤੋ ਤੇ ਰਾਜ ਕਰੋ। ਇਹ 2 ਵਾਰੀ ਇਹ ਬਣਾ ਗਿਆ ਆਪਦੀ। ਹੁਣ ਇਹ 2 ਵਾਰੀ ਬਣਾ ਕਿਵੇਂ ਗਿਆ, ਉਹ ਗੱਲ ਕਿਸੇ ਨੇ ਨਹੀਂ ਸਮਝੀ। ਬਾਦਲ ਸਾਹਿਬ ਨੂੰ ਫਿਰ ਪਤਾ ਸੀ ਬਣਾ ਇਸ ਕਰਕੇ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੋਨੇ ਵਾਰੀ ਇਹ ਹੰਕਾਰ 'ਚ ਰਿਹਾ ਵੀ ਮੈਂ ਜਿੱਤ ਜਾਣਾ, ਔਰ ਜਿੱਤ ਵੀ ਜਾਣਾ ਸੀ। ਉਹਨੇ ਆਪਦੇ ਵਿਰੋਧੀ ਸੰਗਣੇ ਸ਼ੁਰੂ ਕਰਤੇ ਅੰਦਰੋਂ, ਤਾਂ ਹਾਰਿਆ ਉਹ। ਇੱਕ ਵਾਰੀ ਉਹਨੇ 46 ਸੀਟਾਂ ਲੈਣ ਵਾਲਾ, ਦੂਜੀ ਵਾਰੀ 42 ਸੀਟਾਂ ਲੈਣ ਵਾਲਾ, ਔਰ 17 ਸੀਟਾਂ ਤੇ ਮੈਂ ਗਿਣਿਆ, 17 ਸੀਟਾਂ ਦੇ ਮਾਰਜਨ ਹੀ ਬਹੁਤਾ 2000 ਤੋਂ ਘੱਟ ਵਾਲਾ ਸੀ। ਜਿੱਥੇ ਪੈਰਲਲ ਖੜੇ ਕਰੇ, ਜਿਆਦਾ ਨਵਜੋਤ ਕੌਰ ਸਿੱਧੂ BJP ਦੀ ਟਿਕਟ ਤੋਂ ਜਿੱਤੀ ਹੈ ਅੰਮ੍ਰਿਤਸਰ ਦੀ ਸੀਟ, ਜਿਹੜੀ ਸੀਟ ਨੂੰ ਨਵਜੋਤ ਸਿੰਘ ਸਿੱਧੂ ਹਾਰਿਆ ਹੈ, ਉਹ ਨਵਜੋਤ ਕੌਰ ਸਿੱਧੂ ਨੂੰ ਵੋਟ ਮਿਲੀ ਸੀ 33,000। ਕਾਂਗਰਸ ਦੇ ਇੱਕ ਕੈਂਡੀਡੇਟ ਰਿਵੈਦ ਖੜੀ ਹੋ ਗਈ, ਇੱਕ ਕਾਂਗਰਸ ਦੀ ਆਫੀਸ਼ੀਅਲ ਕੈਂਡੀਡੇਟ ਸੀ। ਦੋਹਾਂ ਬੀਬੀਆਂ ਨੂੰ ਵੋਟ ਮਿਲੀ 52 ਕਿ 53,000, ਨਾ 55,000, ਇੱਕ ਨੂੰ 28,000, ਇੱਕ ਨੂੰ 27,000, 55,000 ਵੋਟ ਇਹਨਾਂ ਦੇ। ਇਦਾਂ ਹੀ ਇੱਥੇ ਆਪਣਾ ਜਿਹੜੀ ਹੈਗੀ ਆ ਸ਼ਤਰਾਣੇ ਦੀ ਸੀਟ ਦੇ ਉੱਤੇ ਉਹ ਡੂੰਬਾ ਜਿਹੜੀ ਜਿੱਤੀ, ਉਹ 700 ਵੋਟ ਤੇ ਜਿੱਤੀ ਸੀ ਸਾਰੀ।
ਕਿਉਂਕਿ ਉੱਥੇ ਮਹਾਰਾਣੀ ਗਈ ਹੋਈ ਨਹੀਂ। ਜੇ ਜਾਂਦੀ ਉਹ 700 ਵੋਟ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ। ਆਦੇਸ਼ ਪ੍ਰਤਾਪ ਕੁਝ ਵੋਟਾਂ ਤੇ 159 ਵੋਟਾਂ ਤੇ ਜਿੱਤਿਆ ਸੀ, ਜਿਹੜਾ ਮੁੱਖ ਮੰਤਰੀ ਦਾ। ਸੋ ਇਸ ਕਰਕੇ ਉਹ ਜਿਹੜੀ ਜਿੱਤ ਸੀ ਦੋਨੇ ਵਾਰੀ ਅਕਾਲੀ ਦਲ ਦੀ, ਉਹ ਇਸ ਕਰਕੇ ਸੀ ਕਿ ਕਾਂਗਰਸ ਆਪਦੇ ਬੰਦਿਆਂ ਨੂੰ ਹਰਾਉਣ ਤੇ ਲੱਗੀ ਹੋਈ ਸੀ। ਐਤਕੀ ਜਿਵੇਂ ਆਪ ਪਾਰਟੀ ਨੂੰ ਭੁਲੇਖਾ ਪੈ ਗਿਆ ਵੀ ਸਾਡੀ ਜਿੱਤ ਹੈ, ਇਹਨਾਂ ਦੀ ਜਿੱਤ ਨਹੀਂ। ਅਸਲ 'ਚ ਲੋਕਾਂ ਨੇ ਨੇਰੀ ਲਿਆ ਸੀ, ਕਾਂਗਰਸ ਤੋਂ ਬੜੇ ਅੱਕ ਗਏ, ਫਿਰ ਅਕਾਲੀਆਂ ਤੋਂ ਪਹਿਲਾਂ ਹੀ ਅੱਕੇ ਹੋਏ ਸੀ ਤਾਂ ਜਿੱਤੇ। ਸੋ ਹੁਣ ਫਰਕ ਇਹ ਹੈ ਕਿ ਸੁਖਬੀਰ ਬਾਦਲ ਇਹ ਸਮਝਦਾ ਹੈ ਵੀ ਚੋਣਾਂ ਜਿੱਤਣਾ ਸਿਰਫ ਮੈਨੇਜਮੈਂਟ ਦਾ ਕੰਮ ਹੈ, ਪ੍ਰਬੰਧ ਦਾ ਤਰੀਕਾ ਹੈ। ਜੇ ਤੁਸੀਂ ਪ੍ਰਬੰਧ ਠੀਕ ਕਰਨਾ, ਚੋਣਾਂ ਜਿੱਤ ਲਓਗੇ। ਜਥੇਬੰਦੀ ਦੀ ਕੋਈ ਲੋੜ ਨਹੀਂ ਹੈ, ਬੰਦਿਆਂ ਦੀ ਕੋਈ ਲੋੜ ਨਹੀਂ ਹੈ, ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਕੋਈ ਲੋੜ ਨਹੀਂ ਹੈ। ਹਾਂ, ਇੱਕ ਫਰਕ ਹੋਰ ਹੈ, ਬਾਦਲ ਸਾਹਿਬ ਇਸ ਗੱਲ ਦੇ ਬਾਵਜੂਦ ਕਿ ਸੈਂਟਰ ਦੇ ਨੇੜੇ ਰਹਿੰਦੇ ਸੀ, ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਮਾੜੀ ਮੋਟੀ ਗੱਲ ਜ਼ਰੂਰ ਕਰ ਲੈਂਦੇ ਸੀ। ਜਿਹੜਾ SYL ਦੇ ਉੱਤੇ ਵੀ ਹੋਇਆ, ਪੈਸੇ ਭਾਵੇਂ ਆ ਗਏ, ਫਿਰ ਵੀ ਥੋੜਾ ਕਨਾ ਸਟੈਂਡ ਲਿਆ। ਸੁਖਬੀਰ ਬਾਦਲ ਤਾਂ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ, ਜਾਂ ਹਰਸਿਮਰਤ ਕੌਰ ਬਾਦਲ, ਜਾਂ ਇਹਨਾਂ ਦੇ ਭਰਾ ਮਜੀਠੀਆ, ਉਹ ਸਾਰੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਗੱਲ ਹੀ ਛੱਡ ਗਏ। ਜਦ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਨੀ, ਤੁਸੀਂ ਸਿੱਖੀ ਦੀ ਗੱਲ ਨਹੀਂ ਕਰਨੀ, ਤੁਸੀਂ ਸਿੱਖ ਇਤਿਹਾਸ ਦੀ ਗੱਲ ਨਹੀਂ ਕਰਨੀ, ਤੇ ਤੁਸੀਂ ਥੱਲੇ ਲੱਗ ਕੇ ਰਹਿਣਾ ਹੈ, ਫਿਰ ਥੱਲੇ ਲੱਗ ਕੇ ਤਾਂ ਇਹੋ ਜਿਹਾ ਹਾਲ ਹੁੰਦਾ ਹੈ। ਤੇ ਜੋ ਉਹਦੇ ਫਿਰ ਉਹ ਇਹ ਵੀ ਨਹੀਂ ਸਮਝਦੇ ਵੀ ਗੁਰੂ ਸਾਹਿਬ ਨੇ ਦੱਸਿਆ ਜੋ ਬਾਕੀਆਂ ਨਾਲ ਕਰਿਆ ਤੁਹਾਡੇ ਨਾਲ ਵੀ ਇਹੀ ਕਰਨਗੇ। ਇਹਨਾਂ ਨੇ ਇਹ ਨਹੀਂ ਦੇਖਿਆ ਵੀ ਜਿਹੜੇ ਇਹਨਾਂ ਦੇ ਲਾਈ ਸੀ ਉਹਨਾਂ ਨਾਲ ਕਾਂਗਰਸ, ਇਹ ਅਕਾਲੀ ਕੀ ਕਰ, ਆਪਣਾ BJP ਕੀ ਕਰਦੀ ਹੈ। ਉਹ ਨਾ ਦੇਖਣ ਕਰਕੇ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਇਹਨਾਂ ਦੇ ਵੀ ਹੋਣ ਲੱਗ ਗਿਆ। ਹੁਣ ਇੱਥੇ ਤੱਕ ਪਹੁੰਚਾਤੀ ਅਕਾਲੀ ਦਲ ਨੇ ਸਿਆਸਤ। ਲਾਸਟ ਲਾਈਨ ਮੈਂ ਕਹਿ ਰਿਹਾ, ਜਿਵੇਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ ਹੈ ਉਹ ਪੰਜਾਬ 'ਚ ਹੋਏਗਾ। ਉਸ ਪਾਸੇ ਨੂੰ ਤਿਆਰੀ ਹੈ, ਕਿਉਂਕਿ ਪੰਜਾਬ ਅੱਖਾਂ 'ਚ ਰੜਕਦਾ ਕੇਂਦਰ ਦੇ। ਕੇਂਦਰ ਜਿਹੜਾ ਮਰਜ਼ੀ ਹੋਵੇ, ਉਹਨੂੰ ਪੰਜਾਬ ਚੰਗਾ ਨਹੀਂ ਲੱਗਦਾ। ਪੰਜਾਬ ਉਹਦੇ ਅੱਖਾਂ 'ਚ ਰੜਕਦਾ, ਕਿਉਂਕਿ ਪੰਜਾਬੀ ਅਣਖ ਨਾਲ ਗੱਲ ਕਰ ਦਿੰਦੇ ਨੇ। ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਛੋਟਾ ਕਰਨਾ, ਹੋਰ ਕਰਨਾ, 100 ਤਰ੍ਹਾਂ ਦੀਆਂ ਗੱਲਾਂ ਚਾਲਣਾ। ਉਹ ਕਿੰਨਾ ਸਮਾਂ ਲੈਂਦਾ, ਕੀ ਹੋਊਗਾ, ਉਹ ਤਾਂ ਸਮਾਂ ਹੀ ਦੱਸੇਗਾ। ਪਰ ਪੰਜਾਬ ਨੂੰ ਕੇਂਦਰ ਤੋਂ ਆਪਦੇ ਹੱਕ ਮੰਗਣੇ ਪੈਣਗੇ। ਔਰ ਜਿਹੜੀ ਪਾਰਟੀ ਮੰਗ ਸਕਦੀ ਹੈ ਉਹ ਸਿਰਫ ਖੇਤਰੀ ਪਾਰਟੀ ਮੰਗ ਸਕਦੀ ਹੈ। ਖੇਤਰੀ ਪਾਰਟੀ ਜੇ ਅਕਾਲੀ ਦਲ ਨਹੀਂ ਰਹੇਗਾ ਤਾਂ ਖਿਲਾਫ ਭਾਵੇਂ ਥੋੜ੍ਹੀ ਦੇਰ ਰਹੇ, ਆਖਰਕਾਰ ਇੱਥੇ ਕੋਈ ਖੇਤਰੀ ਪਾਰਟੀ ਕਿਸੇ ਹੋਰ ਨਾਮ 'ਚ ਉੱਭਰੇਗੀ। ਨਹੀਂ ਤਾਂ ਅਕਾਲੀ ਦਲ ਵੀ ਆਪਦੇ ਆਪ ਨੂੰ ਉਭਾਰ ਸਕਦਾ, ਇਹ ਸਮਾਂ ਦੱਸੇਗਾ। ਪਰ ਖੇਤਰੀ ਪਾਰਟੀ ਤੋਂ ਬਿਨਾਂ ਪੰਜਾਬ ਦਾ ਕਲਿਆਣ ਨਹੀਂ ਹੋਣਾ। ਬਿਲਕੁਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਸੋਹਣੇ ਵਿਚਾਰ ਰੱਖੇ, ਧੰਨਵਾਦ।